ਗੁਰ ਗੋਬਿੰਦ ਗੋਪਾਲ ਗੁਰ ਗੁਰਪੂਰਨ ਨਾਰਾਇਣ ਹੈ। ਗੁਰ ਦਇਆਲ ਸਮਰੱਥ ਗੁਰ ਗੁਰ ਨਾਨਕ ਪਤਿਤ ਉਦਾਹਰਣ ਹੈ। ਤਿਲਕ ਜੰਝੂ ਰਾਖਾ ਪ੍ਰਭ ਤਾਂਕਾ ਕੀਨੋ ਵੱਡੋ ਕਲੂ ਮਹਿ ਸਾਕਾ। ਸਾਧਨ ਹੇਤੁ ਇਤੀ ਜਿਨ ਕਰੀ ਸੀਸ ਦਿਆ ਪਰ ਸੀਨਾ ਉਚਰੀ। ਚਵਰ ਛਤਰ ਤਖਤ ਦੇ ਮਾਲਕ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਪਾਕ ਹਜ਼ੂਰੀ ਵਿੱਚ ਸੁਭਾਏਮਾਨ ਗੁਰੂ ਸਰੂਪ ਗੁਰੂ ਪਿਆਰੀ ਖਾਲਸਾ ਸਾਧ ਸੰਗਤ ਦੀ ਫਤਿਹ ਪ੍ਰਵਾਨ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦੇ ਪਾਕਿਸਤਾਨ ਗੁਰਦੁਆਰਾ ਸ੍ਰੀ ਸ਼ੀਸ਼ਗੰਜ ਸਾਹਿਬ ਦਿੱਲੀ ਵਿਖੇ ਆਪ ਸਰਬੱਤ ਸੰਗਤਾਂ ਹਾਜ਼ਰੀਨ ਹੋ। ਗੁਰੂ ਮਹਾਰਾਜ ਜੀ ਦੇ ਦਰ ਉੱਪਰ ਸੇਵਾ ਨਿਭਾ ਰਹੇ ਮੁੱਖ ਵਜ਼ੀਰ ਸਿੰਘ ਸਾਹਿਬ ਗਿਆਨੀ ਹਰਨਾਮ ਸਿੰਘ ਜੀ ਹੁਣਾਂ ਪਾਸੋਂ ਆਪ ਸੰਗਤ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਕ ਬਾਣੀ ਦਾ ਫੁਰਮਾਨ ਸਰਵਣ ਕੀਤਾ ਹੈ। ਆਓ ਉਸ ਬਾਣੀ ਦੀ ਅਗੰਮੀ ਵਿਚਾਰ ਦੇ ਨਾਲ ਜੁੜ ਕੇ ਆਪਣੇ ਜੀਵਨ ਨੂੰ, ਸਮੇਂ ਨੂੰ ਸਫਲਾ ਕਰਨ ਦਾ ਯਤਨ ਕਰੀਏ। ਪਾਤਸ਼ਾਹ ਹੁਕਮ ਕਰਦੇ ਨੇ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਗੌੜੀ ਮਹੱਲਾ ਪੰਜਵਾਂ। ਗੁਰ ਜੀ ਕੇ ਦਰਸ਼ਨ ਕਉ ਬਲ ਜਾਓ, ਜਪ ਜਪ ਜੀਵਾ ਸਤਿਗੁਰ ਨਾਓ। ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ, ਜਿਨ੍ਹਾਂ ਦਾ ਇਹ ਪਾਕ ਫੁਰਮਾਨ ਗੌੜੀ ਰਾਗ ਦੇ ਵਿੱਚ 193 ਅੰਗ ਉੱਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਅੰਦਰ ਸੁਭਾਏਮਾਨ ਹੈ। ਇਹ ਜਿਹੜਾ ਗੌੜੀ ਰਾਗ ਹੈ, ਗੁਰੂ ਕੀ ਪਾਕ ਬਾਣੀ ਦੇ ਵਿੱਚ ਇਹ ਇੱਕ ਰਾਗਨੀ ਦੇ ਤੌਰ ਤੇ ਹੈ, ਔਰ ਇਸ ਰਾਗ ਨੂੰ ਜਿਹੜਾ ਗਾਉਣ ਦਾ ਹੁਕਮ ਹੈ, ਇਹ ਦਿਨ ਦਾ ਚੌਥਾ ਪਹਿਰ ਹੈ। ਰਾਗ ਦੀ ਵਿਦਿਆ ਬਾਬਤ ਜਾਣਨ ਵਾਲੇ ਇਹ ਸਮਝਦੇ ਨੇ। ਸੋ ਇਸ ਰਾਗ ਦੇ ਅੰਦਰ ਦੀਨ ਦੁਨੀਆ ਦੇ ਮਾਲਕ ਗੁਰੂ ਅਰਜਨ ਸਾਹਿਬ ਮਹਾਰਾਜ ਲੋਕਾਈ ਦੇ ਭਲੇ ਹਿੱਤ ਹੁਕਮ ਕਰਦੇ ਨੇ, ਗੁਰ ਜੀ ਕੇ ਦਰਸ਼ਨ ਕਉ ਬਲ ਜਾਓ। ਮਹਾਰਾਜ ਪਾਤਸ਼ਾਹ ਇੱਥੇ ਅਕਾਲ ਪੁਰਖ ਦੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਦਰਸ਼ਨਾਂ ਦੀ ਵਡਿਆਈ ਕਰਦੇ ਨੇ।
ਗੁਰੂ ਸਾਹਿਬ ਇੱਥੇ ਸਾਨੂੰ ਸਮਝਾਉਂਦੇ ਨੇ, ਕਹਿੰਦੇ ਗੁਰੂ ਦੇ ਦੀਦਾਰੇ ਕਰਨ ਵਾਲਾ ਨਜ਼ਾਤ ਹਾਸਲ ਕਰਦਾ ਹੈ, ਔਰ ਜਿਸ ਨੂੰ ਨਜ਼ਾਤ ਹਾਸਲ ਹੈ ਉਹ ਜਿਹੜਾ ਇਨਸਾਨ ਹੈ ਉਹ ਇਸ ਮਹਾਨ ਬਖਸ਼ਿਸ਼ ਲਈ ਗੁਰੂ ਪਾਤਸ਼ਾਹ ਦੇ ਉੱਪਰੋਂ ਬਲਿਹਾਰੇ ਜਾਂਦਾ ਹੈ ਵੀ ਗੁਰੂ ਦੇ ਦੀਦਾਰੇ ਕਰਕੇ ਮੈਨੂੰ ਪਰਮ ਪਦਵੀ ਮਿਲੀ ਹੈ, ਮੈਨੂੰ ਪ੍ਰਾਪਤੀ ਹੋਈ ਹੈ। ਸੋ ਗੁਰੂ ਤੋਂ ਆਪਾ ਵਾਰਨ ਦੇ ਲਈ ਵੀ ਤਿਆਰ ਰਹਿੰਦਾ ਹੈ। ਗੁਰੂ ਦਾ ਜਿਹੜਾ ਅਰਥ ਹੈ, ਇਹਦਾ ਭਾਵ ਹੁੰਦਾ ਜੋ ਅਗਿਆਨ ਨੂੰ ਖਾ ਜਾਵੇ ਔਰ ਗਿਆਨ ਬਖਸ਼ ਦਵੇ, ਕਿਰਪਾ ਕਰ ਦਵੇ। ਇਹ ਗਰੀ ਧਾਤ ਤੋਂ ਬਣਿਆ ਲਫ਼ਜ਼ ਹੈ। ਗਰੀ ਦੇ ਅਰਥ ਹੁੰਦੇ ਨੇ ਨਿਗਲ ਲੈਣਾ, ਕਿਸੇ ਨੂੰ ਖਾ ਜਾਣਾ। ਰੂਹ ਦਾ ਮਤਲਬ ਹੁੰਦਾ ਗਿਆਨ। ਉਹ ਬੁਲੰਦ ਹਸਤੀ ਜੋ ਸਾਡਾ ਅਗਿਆਨ ਖਾ ਜਾਵੇ ਤੇ ਗਿਆਨ ਬਖਸ਼ ਦਵੇ। ਗਿਆਨ ਦਾ ਦਾਤਾ, ਜਿਹਨੂੰ ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ ਅੰਧਿਆਰੈ ਦੀਪਕ ਆਨ ਜਲਾਏ, ਗੁਰ ਗਿਆਨ ਗੁਰੂ ਲਿਵ ਲਾਗੇ। ਗੁਰੂ ਉਸ ਦੀਵੇ ਵਰਗਾ ਹੈ ਜੋ ਅੰਧਕਾਰ ਦੇ ਵਿੱਚ ਪ੍ਰਕਾਸ਼ ਕਰਦਾ ਹੈ। ਅਗਿਆਨ ਅੰਧੇਰਾ ਬਿਨ ਸੁਬਿਨਾਸਿਓ, ਕਰ ਵਸਤ ਲਹੀ ਮਨ ਜਾਗੇ। ਹੁਣ ਅੰਧਕਾਰ ਵਾਲੇ ਕਮਰੇ ਵਿੱਚ ਜੇ ਦੀਵਾ ਨਹੀਂ ਹੈ ਤੇ ਕੋਈ ਵਸਤੂ ਵੀ ਅਸੀਂ ਖੋਜ ਨਹੀਂ ਸਕਦੇ, ਕੁਝ ਹੱਥ ਨਹੀਂ ਆਉਂਦਾ। ਇੱਦਾਂ ਹੀ ਮਨੁੱਖੇ ਜਾਮੇ ਅੰਦਰ ਅਗਰ ਅਗਿਆਨ ਦਾ ਅੰਧਕਾਰ ਹੈ, ਨਜ਼ਾਤ ਨਹੀਂ ਮਿਲਦੀ, ਮੁਕਤੀ ਨਹੀਂ ਮਿਲਦੀ, ਪਰਮ ਪਦਾਰਥ ਮੁਕਤੀ ਦਾ ਹੱਥ ਨਹੀਂ ਆਉਂਦਾ। ਦੀਵਾ ਜਗ ਪਵੇ ਤੇ ਕਮਰੇ 'ਚੋਂ ਵਸਤੂ ਨਜ਼ਰੀ ਆਉਂਦੀ ਹੈ, ਪਕੜ ਸਕਦੇ ਹਾਂ। ਗਿਆਨ ਦਾ ਦੀਵਾ ਗੁਰੂ ਜਗਾ ਦਵੇ ਤੇ ਨਜ਼ਾਤ ਮੁਕਤੀ ਹਾਸਲ ਹੁੰਦੀ ਹੈ। ਪਰਮ ਪਦਵੀ ਨੂੰ ਅਸੀਂ ਪਾ ਸਕਦੇ ਹਾਂ। ਸੋ ਗੁਰੂ ਉਹ ਹੈ ਜੋ ਗਿਆਨ ਬਖਸ਼ਦਾ ਹੈ, ਔਰ ਸਿੱਖ ਜਗਤ ਗੁਰੂ ਮੰਨਦਾ ਹੈ। ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਸਾਹਿਬ ਤੱਕ ਪਰਮ ਈਸ਼ਵਰ ਦੇ ਜੋ 10 ਸਰਗੁਣ ਸਰੂਪ ਨੇ, ਔਰ ਉਸ ਤੋਂ ਬਾਅਦ ਸ਼ਬਦਾ ਅਵਤਾਰ ਅਕਾਲ ਪੁਰਖ ਦੇ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇਵੜੇ ਅਵਰ ਨਾ ਕੋਏ, ਗੁਰੂ ਗ੍ਰੰਥ ਸਾਹਿਬ ਨੂੰ। ਬਾਕੀ ਜਿਤਨੇ ਵੀ ਭਗਤ ਨੇ, ਮਹਾਂਪੁਰਸ਼ ਨੇ, ਜਿਨ੍ਹਾਂ ਨੂੰ ਬਾਣੀ ਪ੍ਰਗਟ ਹੋਈ ਹੈ, ਉਹਨਾਂ ਦਾ ਅਦਬ ਹੈ, ਸਤਿਕਾਰ ਹੈ। ਭਾਈ ਨੰਦ ਲਾਲ ਵੀ ਕਹਿੰਦੇ ਨੇ, ਕਹਿੰਦੇ ਮੈਂ ਆਪਣੇ ਗੁਰੂ ਤੋਂ ਬਲਿਹਾਰੇ ਜਾਂਦਾ ਹਾਂ ਕਿਉਂਕਿ ਉਹਦੇ ਦਰਸ਼ਨ ਮੁਕਤੀ ਬਖਸ਼ਣ ਵਾਲੇ ਨੇ। ਫਾਰਸੀ ਦੇ ਬੋਲ ਨੇ ਉਹਨਾਂ ਮਹਾਂਪੁਰਸ਼ਾਂ ਦੇ ਬਾਦ ਬਰ ਮੁਰਸ਼ਦੇ ਤਰੀਕੇ ਨਿਸਾਰ ਅਜ਼ ਸਰੇ ਇਜ਼ਜ਼ ਸਦ ਹਜ਼ਾਰਾਂ ਬਾਰ। ਇੱਕ ਵਾਰ ਨਹੀਂ, ਕਹਿੰਦੇ ਹਜ਼ਾਰਾਂ ਵਾਰ ਸਦਕੇ ਜਾਂਦਾ ਹਾਂ ਗੁਰੂ ਤੋਂ, ਕੁਰਬਾਨ ਜਾਂਦਾ ਹਾਂ ਆਪਣੇ ਗੁਰੂ ਤੋਂ। ਕਿਸੇ ਨੇ ਪੁੱਛਿਆ ਵੀ ਕਿਸ ਢੰਗ ਨਾਲ ਕੁਰਬਾਨ ਜਾਂਦੇ ਹੋ, ਦੱਸਣਾ ਕਰੋ। ਤਰੀਕੇ ਦਾ ਮਤਲਬ ਹੈ ਢੰਗ, ਨਿਸਾਰ ਦਾ ਮਤਲਬ ਹੁੰਦਾ ਕੁਰਬਾਨ। ਕਿਵੇਂ ਨਿਸਾਰ ਕਰਦੇ ਹੋ ਆਪਣਾ ਆਪ, ਕਿਵੇਂ ਕੁਰਬਾਨ ਜਾਂਦੇ ਹੋ ਗੁਰੂ ਤੋਂ? ਕਹਿੰਦੇ ਨਿਰਮਾਣਤਾ ਦੇ ਨਾਲ, ਸਿਰ ਤੋਂ ਲੈ ਕੇ ਪੈਰਾਂ ਤੱਕ ਗੁਰੂ ਤੋਂ ਆਪਾ ਵਾਰਨ ਲਈ ਤਿਆਰ ਰਹਿੰਦਾ ਹਾਂ। ਉਹਨਾਂ ਤੋਂ ਆਪਾ ਕੁਰਬਾਨ ਕਰਦਾ ਹਾਂ ਕਿਉਂਕਿ ਗੁਰੂ ਸਭ ਪਦਾਰਥਾਂ ਦਾ ਦਾਤਾ ਹੈ, ਮੁਕਤੀ ਬਖਸ਼ਣ ਵਾਲਾ ਹੈ, ਰੋਗਾਂ ਸੋਗਾਂ ਨੂੰ ਮਿਟਾਉਣ ਵਾਲਾ ਹੈ। ਇੱਥੇ ਦਰਸ਼ਨ ਲਫ਼ਜ਼ ਹੈ। ਵੈਸੇ ਨੇਤਰਾਂ ਨੂੰ ਵੀ ਕਹਿ ਦਿੰਦੇ ਜੋ ਦੇਖਣ ਦਾ ਸਾਧਨ ਨੇ। ਦਰਸ਼ਨ ਦੀਦਾਰ ਨੂੰ ਵੀ ਕਹਿ ਦਿੱਤਾ ਜਾਂਦਾ, ਕਿਸੇ ਦਾ ਦੀਦਾਰ ਕਰਨਾ। ਜਿਵੇਂ ਬਾਣੀ ਚ ਆਉਂਦਾ ਹੈ ਨਾ, ਹਰ ਦਰਸ਼ਨ ਕਉ ਮਨ ਲੋਚਦਾ, ਨਾਨਕ ਪਿਆਸ ਮਨਾ। ਹਰ ਕੋਈ ਚਾਹੁੰਦਾ ਹੈ ਪਰਮਾਤਮਾ ਦੇ ਗੁਰੂ ਦੇ ਦਰਸ਼ਨ ਕਰਨੇ, ਹਰੇਕ ਨੂੰ ਪਿਆਸ ਹੈ। ਜਾਣਦੇ ਨੇ ਦਰਸ਼ਨ ਹੋ ਗਏ ਤੇ ਮੁਕਤੀ ਮਿਲੇਗੀ।
ਚਾਹੇ ਉਹ ਰੋਗ ਨੇ, ਸੋਗ ਨੇ, ਜੀਵਨ ਵਿੱਚ ਵਿਘਨ ਨੇ, ਚਾਹੇ 84 ਲੱਖ ਜੂਨਾਂ ਨੇ, ਸਭ ਤੋਂ ਮੁਕਤ। ਜਿਵੇਂ ਬਾਣੀ ਚਾਹੁੰਦਾ ਨਾ, ਦਰਸ਼ਨ ਦੇਖ ਸੀਤਲ ਮਨ ਭਏ, ਜਨਮ ਜਨਮ ਕੇ ਕਿਲ ਵਿਖ ਗਏ। ਇਹ ਆਪਾਂ ਜਾਣਦੇ ਹਾਂ, ਨਾਨਕ ਦੁਖੀਆ ਸਭ ਸੰਸਾਰ। 99% ਦੀ ਦੁਨੀਆ ਦੁਖੀ ਹੈ, ਡਿਪਰੈਸਡ ਹੈ, ਮਨ ਚਿੰਤਾ ਵਿੱਚ, ਤ੍ਰਿਸ਼ਨਾ ਵਿੱਚ ਸੜਦਾ ਹੈ। ਕਹਿੰਦੇ ਗੁਰੂ ਦੇ ਦਿਦਾਰੇ ਮਨ ਨੂੰ ਸੀਤਲ ਕਰ ਦਿੰਦੇ ਨੇ, ਠੰਡਕ ਮਿਲ ਜਾਂਦੀ ਹੈ, ਔਰ ਜਨਮਾਂ ਜਨਮੰਤਰਾਂ ਦੇ ਪਾਪ ਮਿਟ ਜਾਂਦੇ ਨੇ ਦਰਸ਼ਨ ਕੀਤੇ ਆਈ। ਇਹ ਠੀਕ ਹੈ, ਬਾਣੀ ਪੜ੍ਹਨੀ ਚਾਹੀਦੀ ਹੈ। ਉਹ ਜਿਹੜੇ ਬੋਲ ਨੇ ਨਾ, ਜਦੋਂ ਤੁਸੀਂ ਆਵਾਜ਼ ਦਿੰਦੇ ਹੋ, ਉਹ ਫੇਰ ਹੀ ਦਰਸ਼ਨ ਦੇਵੇਗਾ ਨਾ। ਤੁਸੀਂ ਆਵਾਜ਼ ਹੀ ਨਾ ਦਿਓ, ਕੁੰਡਾ ਹੀ ਨਾ ਖੜਕਾਓ, ਬੋਲੋ ਹੀ ਨਾ, ਤਾਂ ਦਰਸ਼ਨ ਨਹੀਂ ਦੇਵੇਗਾ। ਕਈ ਕਹਿ ਦਿੰਦੇ ਨੇ ਬਾਣੀ ਪੜ੍ਹਨੀ ਤੇ ਚਾਹੀਦੀ ਹੈ, ਪਰ ਗੁਰੂ ਦੇ ਦਰਸ਼ਨ ਕਰਕੇ ਕੁਝ ਨਹੀਂ ਹੁੰਦਾ। ਤੁਹਾਨੂੰ ਕਈ ਮਿਲ ਪੈਣਗੇ, ਅਖੇ ਜੀ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕਰਕੇ ਕੀ ਹੋਵੇਗਾ ਜੇ ਵਿਚਾਰ ਨਹੀਂ ਕੀਤੀ। ਇੱਦਾਂ ਦਾ ਕੁਝ ਨਹੀਂ ਹੈ। ਮਨ ਕਰਕੇ, ਨਿਰਮਾਣਤਾ ਕਰਕੇ, ਭਾਵਨਾ ਕਰਕੇ ਦਰਸ਼ਨ ਵੀ ਮੁਕਤੀ ਬਖਸ਼ ਦਿੰਦੇ ਨੇ। ਵਿਚਾਰ ਤੇ ਮੁਕਤੀ ਬਖਸ਼ੇਗੀ ਹੀ। ਜ਼ਰੂਰੀ ਹੈ ਵਿਚਾਰ ਕਰਨੀ, ਆਵਾਜ਼ ਦੇਣੀ, ਬਾਣੀ ਪੜ੍ਹਨੀ, ਬੋਲ ਬੋਲਣੇ। ਪਰ ਜਿਹੜਾ ਹੁਣ ਬਾਣੀ ਨਹੀਂ ਪੜ੍ਹ ਸਕਦਾ, ਅਨਪੜ੍ਹ ਹੈ, ਉਹ ਵਾਹਿਗੁਰੂ ਕਹਿ ਲਵੇ, ਉਹ ਗੁਰੂ ਗੁਰੂ ਜਪ ਲਵੇ, ਧੰਨ ਗੁਰੂ ਨਾਨਕ ਦੇਵ ਕਹਿ ਲਵੇ, ਉਹ ਬਾਣੀ ਸੁਣ ਲਵੇ, ਭਾਵ ਗੁਰੂ ਨੂੰ ਡਿੱਠ ਲਿਆ, ਦਿਦਾਰੇ ਕਰ ਲਏ, ਬੋਲ ਗੁਰੂ ਦੇ ਸੁਣ ਲਏ, ਬੋਲ ਉਹਦੇ ਜਪ ਲਏ, ਹਰ ਪ੍ਰਕਾਰ ਦੇ ਨਾਲ ਹੀ ਨਿਜਾਤ ਮਿਲੇਗੀ, ਮੁਕਤੀ ਮਿਲੇਗੀ। ਦਰਸ਼ਨ ਕਈ ਪ੍ਰਕਾਰ ਦੇ ਹੁੰਦੇ ਨੇ। ਵਿਦਵਾਨ ਪੁਰਸ਼ਾਂ ਨੇ ਆਪਣੀ ਵਿਦਵਤਾ ਚੋਂ ਜੋ ਬੋਲ ਪ੍ਰਗਟ ਕੀਤੇ ਨੇ, ਕਾਵਿਆ ਗ੍ਰੰਥਾਂ ਵਿੱਚ ਜ਼ਿਕਰ ਹੈ ਵੀ 4 ਤਰ੍ਹਾਂ ਦੇ ਦਰਸ਼ਨ ਨੇ। ਪਹਿਲਾ ਤੇ ਹੈ ਸ਼ਰਵਣ ਦਰਸ਼ਨ। ਪ੍ਰੀਤਮ ਦੇ ਗੁਰੂ ਦੇ ਗੁਣ ਕੰਨਾਂ ਥਾਣੀ ਸੁਣ ਕੇ ਨਾ, ਉਹਦੀ ਯਾਦ ਨੂੰ ਸਾਖਸ਼ਾਤ ਹਿਰਦੇ ਵਿੱਚ ਟਿਕਾ ਲੈਣਾ। ਜਿਵੇਂ ਬਾਣੀ ਚਾਹੁੰਦਾ ਨਾ, ਸੁਣ ਸੁਣ ਜੀਵਾ ਸੋਏ ਤੁਮਾਰੀ, ਤੂੰ ਪ੍ਰੀਤਮ ਠਾਕੁਰ ਅਤ ਭਾਰੀ। ਸਾਧੂ ਕਹਿੰਦੇ ਨੇ ਮਹਾਰਾਜ, ਤੇਰੀ ਸੋਏ, ਤੇਰੀ ਸ਼ੋਭਾ, ਤੇਰੇ ਗੀਤ ਸੁਣ ਕੇ ਹੀ ਜਿਉਂਦੇ ਹਾਂ। ਔਰ ਜਿਨ੍ਹਾਂ ਨੂੰ ਸੁਣ ਕੇ ਤੇਰੀ ਯਾਦ ਅੰਦਰ ਟਿਕੀ ਰਹਿੰਦੀ ਹੈ, ਇਹ ਹੈ ਸ਼ਰਵਣ ਦਰਸ਼ਨ। ਜਿਵੇਂ ਤੁਸੀਂ ਕਈ ਵਾਰ ਬਾਣੀ ਸੁਣਦੇ ਹੋ, ਇਹ ਦਰਸ਼ਨ ਵੀ ਪ੍ਰਵਾਨ ਨੇ। ਦੂਸਰਾ ਹੈ ਚਿੱਤਰ ਦਰਸ਼ਨ। ਸਾਖਸ਼ਾਤ ਉਹਦੇ ਚਿੱਤਰ ਦੇ ਦਿਦਾਰੇ ਕਰਨੇ, ਪ੍ਰੀਤਮ ਦੀ ਮੂਰਤੀ ਦਾ ਦਿਦਾਰ ਕਰਨਾ। ਗੁਰਬਾਣੀ ਦਾ ਫਰਮਾਨ ਹੈ, ਗੁਰ ਕੀ ਮੂਰਤ ਮਨ ਮਹਿ ਧਿਆਨ। ਹੁਣ ਮੈਨੂੰ ਕਈ ਵਾਰ ਇਹ ਸਮਝ ਨਹੀਂ ਲੱਗਦੀ, ਇਹਦੇ ਜਦੋਂ ਅਸੀਂ ਅਰਥ ਕਰਦੇ ਹਾਂ, ਅਸੀਂ ਬਾਹਰਮੁਖੀ ਅਰਥ ਕੱਟ ਕੇ ਅੰਤਰਮੁਖੀ ਇਕੱਲੇ ਅਰਥ ਕਰਦੇ ਹਾਂ, ਹਜੇ ਕਿ ਦੋਵੇਂ ਪੱਖ ਨੇ। ਮੂਰਤ ਦਾ ਲਫ਼ਜ਼ ਸਿੱਧਾ ਕੀ ਹੈ? ਫੋਟੋ, ਚਿੱਤਰ। ਪਹਿਲਾ ਅਰਥ ਤੇ ਇਹੀ ਬਣੇਗਾ, ਲੱਖ ਤੁਸੀਂ ਮੁਨਕਰ ਹੋ ਲਵੋ, ਵੀ ਗੁਰੂ ਦਾ ਜਿਹੜਾ ਚਿੱਤਰ ਹੈ ਨਾ, ਉਹਨੂੰ ਜਦੋਂ ਵੇਖੀਏ ਤੇ ਸੁਤੇ ਸਿੱਧੀ ਗੁਰੂ ਜਿਹੜਾ ਹੈ ਉਹਦਾ ਧਿਆਨ ਲੱਗ ਜਾਂਦਾ ਹੈ। ਹੁਣ ਤੁਹਾਡੇ ਘਰ ਗੁਰੂ ਨਾਨਕ ਸਾਹਿਬ ਦਾ ਚਿੱਤਰ ਲੱਗਿਆ ਹੋਵੇ, ਜਦੋਂ ਤੜਕੇ ਉੱਠ ਕੇ ਵੇਖਦੇ ਹੋ, ਸਹਿ ਸੁਭਾਅ ਨਿਕਲਦਾ ਹੈ ਧੰਨ ਗੁਰੂ ਨਾਨਕ। ਇਹ ਠੀਕ ਹੈ, ਅਸੀਂ ਚਿੱਤਰ ਦੀ ਪੂਜਾ ਨਹੀਂ ਕਰਦੇ, ਪਰ ਚਿੱਤਰ ਦੀ ਨਿਰਾਦਰੀ ਕਰਨੀ ਅਲਫਾਜ਼ਾਂ ਨਾਲ ਜਾਂ ਸੁੱਟ ਕੇ, ਇਹ ਗੁਨਾਹ ਹੈ। ਮੈਂ ਬਾਣੀ ਚੋਂ ਸਿੱਧ ਕਰਾਂਗਾ ਇਹ ਗੱਲਾਂ। ਮੂਰਤ ਦੀ ਪੂਜਾ ਦੀ ਮਨਾਹੀ ਹੈ। ਪੂਜਾ ਅਸੀਂ ਕੇਵਲ ਗੁਰੂ ਗ੍ਰੰਥ ਸਾਹਿਬ ਦੀ ਕਰਦੇ ਹਾਂ। ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਪੜਿਆ ਰੇ। ਗੁਰੂ ਨੂੰ ਸੁਣ ਲਵੋ ਜਾਂ ਵੇਖ ਵੀ ਲਵੋ, ਕਹਿੰਦੇ ਮੁਕਤੀ ਹੈ। ਮਹਾਰਾਜ ਕਹਿੰਦੇ, ਜਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ। ਪੂਜਾ ਗੁਰੂ ਗ੍ਰੰਥ ਸਾਹਿਬ ਦੀ ਕਰਨ ਵਾਲਾ ਮੁਕਤੀ ਹਾਸਲ ਕਰਦਾ ਹੈ, ਉਹਦੀ ਵੀ ਪੂਜਾ ਹੁੰਦੀ ਹੈ। ਮਹਾਰਾਜ ਕਹਿੰਦੇ ਨੇ, ਗੁਰੂ ਦੇ ਚਿੱਤਰ ਨੂੰ ਵੇਖ ਕੇ ਉਹਦਾ ਮਨ ਵਿੱਚ ਧਿਆਨ ਪ੍ਰਗਟ ਹੋ ਜਾਂਦਾ ਹੈ।
ਦੂਸਰਾ ਭਾਵ ਗੁਰ ਕੀ ਮੂਰਤ ਮਨ ਮਹਿ ਧਿਆਨ ਦਾ ਇਹ ਹੈ ਵੀ ਗੁਰੂ ਦੀ ਮੂਰਤ ਹੈ, ਗੁਰੂ ਦਾ ਸ਼ਬਦ ਤੇ ਉਹਦਾ ਧਿਆਨ ਧਰੋ। ਇਹ ਹੈ ਅੰਤਰੀ ਵਰਤ। ਅਸੀਂ ਇਹ ਤੇ ਕਰਦੇ ਹਾਂ, ਬਾਹਰ ਮੁਖੀ ਛੱਡ ਜਾਂਦੇ ਹਾਂ, ਤੇ ਛੱਡ ਅਸੀਂ ਡਰਦੇ ਹੀ ਜਾਂਦੇ। ਲੋਕ ਆਖਣਗੇ ਲਓ ਜੀ ਮੂਰਤੀ ਪੂਜਾ ਦੀ ਗੱਲ ਕੀਤੀ। ਇਹਦੇ ਵਿੱਚ ਮੂਰਤੀ ਪੂਜਾ ਵਾਲੀ ਕੋਈ ਗੱਲ ਨਹੀਂ ਹੈ। ਮਹਾਰਾਜ ਕਹਿੰਦੇ ਗੁਰ ਕੈ ਸ਼ਬਦ ਮੰਤਰ ਮਨ ਮਾਨ। ਚਿੱਤਰ ਦਾ ਧਿਆਨ ਆ ਗਿਆ, ਵੇਖ ਲਿਆ। ਫਿਰ ਜਿਹਦਾ ਚਿੱਤਰ ਸੀ, ਮੰਨ ਲਓ ਗੁਰੂ ਨਾਨਕ ਦਾ ਚਿੱਤਰ ਹੈ, ਫਿਰ ਉਸੇ ਗੁਰੂ ਨਾਨਕ ਦੇ ਸ਼ਬਦ ਦਾ, ਜਪਜੀ ਸਾਹਿਬ ਦਾ ਜੋ ਮੰਤਰ ਹੈ, ਮਨ ਮਾਨ, ਉਸ ਬਾਣੀ ਨੂੰ ਮਨ ਨੇ ਮੰਨਿਆ। ਗੁਰੂ ਨਾਨਕ ਦਾ ਚਿੱਤਰ ਵੇਖ ਕੇ ਹੀ ਗੁਰੂ ਦੀ ਬਾਣੀ ਜਪਜੀ ਸਾਹਿਬ ਚੇਤੇ ਆ ਜਾਂਦੀ ਹੈ। ਫਿਰ ਪੜ੍ਹਨ ਨੂੰ ਚਿੱਤ ਕਰਦਾ ਹੈ, ਫਿਰ ਹਿਰਦੇ ਵਿੱਚ ਟਿਕਾਉਣ ਨੂੰ ਚਿੱਤ ਕਰਦਾ ਹੈ। ਮੈਂ ਥੋੜ੍ਹਾ ਜਿਹਾ ਤਸਵੀਰਾਂ ਬਾਬਤ ਅੱਜ ਚਾਨਣਾ ਪਾ ਦੇਵਾਂ, ਕਿਉਂਕਿ ਬੜਾ ਤਰਕ ਹੁੰਦਾ ਘਰ ਵਿੱਚ ਫੋਟੋ ਨਾ ਲਾਓ ਜੀ ਗੁਰੂ ਦੀ। ਅੱਛਾ, ਦਾਦੇ ਪੜਦਾਦੇ ਦੀ ਤੇ ਬੜੀ ਉੱਚੀ ਟੰਗ ਕੇ ਰੱਖਦਾ ਹੈ। ਉਹਦੇ ਦਰਸ਼ਨ ਕੀਤਿਆਂ ਕਿਹੜਾ ਸੱਚਖੰਡ ਮਿਲ ਜਾਣਾ, ਉਹ ਵੀ ਬਾਹਰ ਸੁੱਟਦੇ। ਫਿਰ ਧੀਆਂ ਪੁੱਤਰਾਂ ਦੀ, ਜਵਾਈਆਂ ਦੀ ਫੋਟੋ ਤੇ ਘਰ ਵਿੱਚ ਗੀਠੀ ਤੇ ਬੜੀ ਸਜਾ ਕੇ ਰੱਖਦਾ ਹੈ। ਗੁਰੂ ਮਹਾਰਾਜ ਦਾ ਕੋਈ ਚਿੱਤਰ ਹੈ ਤੇ ਬੜੀ ਤੰਗੀ ਆਉਂਦੀ ਹੈ ਇਸ ਨੂੰ। ਦੇਖੋ ਜਿਹੜੀਆਂ ਤਸਵੀਰਾਂ ਹੈ ਨਾ ਮਹਾਂਪੁਰਸ਼ਾਂ ਦੀਆਂ, ਭਾਵੇਂ ਕਿਸੇ ਮਹਾਤਮਾ ਦੀ ਫੋਟੋ ਹੈ ਜਾਂ ਕਿਸੇ ਜ਼ਾਬਰ ਦੀ ਫੋਟੋ ਹੈ, ਜ਼ੁਲਮ ਕਰਨ ਵਾਲੇ ਦੀ, ਚਿੱਤਰਕਾਰ ਉਹਨਾਂ ਦੇ ਇਤਿਹਾਸ ਨੂੰ ਵਾਚ ਕੇ ਉਹਨਾਂ ਦੀ ਸ਼ਖਸੀਅਤ ਨਾਲ ਮੇਲ ਖਾਂਦੀ ਫੋਟੋ ਤਿਆਰ ਕਰਦੇ ਨੇ। ਅਗਰ ਨਾ ਵੀ ਉਹਨਾਂ ਨੂੰ ਦੇਖਿਆ ਹੋਵੇ ਤੇ ਉਹ ਕਲਪਨਾ 'ਚੋਂ ਫੋਟੋ ਪੈਦਾ ਹੁੰਦੀ ਹੈ। ਦੁਨੀਆ ਭਰ ਦੇ ਜਿੰਨੇ ਵੀ ਕਲਾਕਾਰ ਨੇ, ਜਦੋਂ ਗੁਰੂਆਂ ਪੀਰਾਂ ਦੇ ਉਹਨਾਂ ਚਿੱਤਰ ਬਣਾਏ, ਜੇ ਪ੍ਰੈਜ਼ੈਂਟ ਵਿੱਚ ਆਪਣੇ ਸਾਹਮਣੇ ਵੇਖ ਕੇ ਉਹ ਨਹੀਂ ਵੀ ਬਣਾ ਸਕੇ ਤੇ ਉਹ ਗੁਰੂਆਂ ਪੀਰਾਂ ਦੀ ਵਿਚਾਰਧਾਰਾ ਨੂੰ ਹਿਰਦੇ ਵਿੱਚ ਟਿਕਾ ਕੇ ਉਹਨਾਂ ਦੇ ਚਿੱਤਰ ਬਣਾਉਂਦੇ ਸਨ। ਜਿਵੇਂ ਯੀਸ਼ੂ ਮਸੀਹ ਹੈ, ਉਹ ਮਹਾਂਪੁਰਸ਼ ਦਾ ਸੁਭਾਅ ਫਕੀਰਾਂ ਵਾਲਾ ਹੈ। ਉਹਦਾ ਚਿੱਤਰ ਤੁਸੀਂ ਵੇਖੋ ਤੇ ਫਕੀਰੀ ਝਲਕੇਗੀ। ਸ਼੍ਰੀ ਰਾਮ ਚੰਦਰ ਜੀ ਦਾ ਤੁਸੀਂ ਚਿੱਤਰ ਵੇਖੋ, ਉਹਨਾਂ ਦੇ ਖਿਆਲਾਤ ਵੀਰ ਰਸੀ ਸਨ, ਉਹ ਜੰਗ ਯੁੱਧ ਕਰਦੇ ਰਹੇ ਨੇ। ਉਹਨਾਂ ਦੀ ਤਸਵੀਰ ਜਦੋਂ ਚਿੱਤਰਕਾਰਾਂ ਬਣਾਈ ਤੇ ਉਹਨਾਂ ਦੀ ਸ਼ਖਸੀਅਤ ਨੂੰ ਚੰਗੀ ਤਰ੍ਹਾਂ ਵੇਖਿਆ, ਮੇਲ ਖਾਂਦੀ ਫੋਟੋ ਬਣਾ ਦਿੱਤੀ। ਉਹ ਸ਼ਸਤਰ ਨੂੰ ਧਾਰ ਕੇ ਬੈਠੇ ਨੇ। ਤੁਸੀਂ ਖੁਦ ਖੁਦਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਵੱਲ ਆਓ। ਜਦੋਂ ਚਿੱਤਰਕਾਰ ਉਹਨਾਂ ਦਾ ਚਿੱਤਰ ਬਣਾਉਂਦੇ ਨੇ, ਇਤਿਹਾਸ ਵਾਚਦੇ ਨੇ ਵੀ ਉਹਨਾਂ ਜੀਵਨ ਕਾਲ ਵਿੱਚ ਮੁਗਲਾਂ ਦੇ ਨਾਲ ਜੰਗ ਲੜੇ, ਕਿਉਂਕਿ ਮੁਗਲਿਆ ਸਲਤਨਤ ਇਨਸਾਨੀਅਤ ਤੇ ਜ਼ੁਲਮ ਕਰਦੀ ਸੀ। ਮਹਾਰਾਜ ਨੇ ਜੰਗ ਲੜੇ ਨੇ। ਗੁਰਾਂ ਦੇ ਜੀਵਨ ਚੋਂ ਪੀਰੀ ਭਗਤੀ ਫਕੀਰੀ ਹੋਣ ਦੇ ਬਾਵਜੂਦ ਵੀ ਲੋਕਾਂ ਨੂੰ ਸ਼ਕਤੀ ਜ਼ਿਆਦਾ ਝਲਕਦੀ ਦਿਖੀ, ਕਿਉਂਕਿ ਜੰਗ ਲੜੇ ਨੇ। ਸੋ ਚਿੱਤਰਕਾਰਾਂ ਉਹਨਾਂ ਦਾ ਸ਼ਕਤੀ ਦੇ ਸਹਿਤ, ਜੰਗਾਂ ਯੁੱਧਾਂ ਦੇ ਸਹਿਤ ਜੀਵਨ ਪੜ੍ਹ ਲਿਆ ਤੇ ਚਿੱਤਰ ਦਿੱਤਾ ਜਿੱਥੇ ਮਹਾਰਾਜ ਨੇ ਸ਼ਸਤਰ ਧਾਰੇ ਹੋਏ ਨੇ। ਇਸੇ ਤਰ੍ਹਾਂ ਹੀ ਅਕਾਲ ਪੁਰਖ ਦੇ ਪਹਿਲੇ ਸਰਗੁਣ ਸਰੂਪ ਗੁਰੂ ਨਾਨਕ ਸਾਹਿਬ ਦੇ ਚਿੱਤਰ ਵੱਲ ਧਿਆਨ ਦਿਓ। ਉਹ ਅਗਿਆਨ ਦੇ ਨਾਸ਼ ਕਰਤਾ, ਗਿਆਨ ਵੰਡਦੇ ਰਹੇ ਨੇ, ਪ੍ਰਕਾਸ਼ਵਾਨ ਗੁਰੂ, ਫਕੀਰੀ ਦੇ ਧਾਰਨੇ ਵਾਲੇ ਗੁਰੂ। ਉਹਨਾਂ ਦੇ ਜੀਵਨ ਚੋਂ ਜ਼ਿਆਦਾ ਭਗਤੀ ਝਲਕੀ ਹੈ। ਹੁਣ ਪੀਰੀ ਨਾਲ ਭਰੇ ਹੋਏ ਉਹਨਾਂ ਦੇ ਜੀਵਨ ਨੂੰ ਵਾਚ ਕੇ ਚਿੱਤਰਕਾਰ ਉਹਨਾਂ ਦੀ ਫੋਟੋ ਬਣਾਉਂਦੇ ਨੇ। ਉਹ ਚਿੱਤਰ ਫਕੀਰ ਦਾ ਪ੍ਰਤੀਕ ਹੁੰਦਾ ਹੈ। ਸੋ 10 ਪਾਤਸ਼ਾਹੀਆਂ, ਇਹਨਾਂ ਦੀਆਂ ਜੋ ਤਸਵੀਰਾਂ ਨੇ, ਉਹਨਾਂ ਤੋਂ ਸਾਨੂੰ ਸਮਝ ਪੈਂਦੀ ਹੈ। ਪਹਿਲਾ ਪੱਖ ਤੇ ਇਹ ਵੀ ਅਕਾਲ ਪੁਰਖ ਨੇ ਇਹ ਸੁੰਦਰ ਜਾਮਾ ਦਿੱਤਾ ਹੈ, ਸ਼ਕਲ ਦਿੱਤੀ ਹੈ, ਇਸ ਨੂੰ ਜਿਉਂ ਦਾ ਤਿਉਂ ਸਾਂਭਣਾ ਹੈ, ਕਿਉਂਕਿ ਸਾਡੇ ਵੱਡੇ ਵਡੇਰਿਆਂ ਸਾਂਭਿਆ ਹੈ। ਕਿਵੇਂ ਦਾ ਸਾਂਭਿਆ ਹੈ? ਜਿਵੇਂ ਬਾਣੀ ਚਾਹੁੰਦਾ ਹੈ ਨਾ, ਨਾਪਾਕ ਪਾਕ ਕਰ ਹਦੂਰ ਹਦੀਸਾ, ਸਾਬਤ ਸੂਰਤ ਦਸਤਾਰ ਸਿਰਾ। ਉਹਦੀ ਸੂਰਤ ਨੂੰ ਸਾਬਤ ਰੱਖ ਜਿਸ ਤਰ੍ਹਾਂ ਖੁਦਾ ਨੇ ਦਿੱਤੀ ਹੈ। 10 ਪਾਤਸ਼ਾਹੀਆਂ ਦੇ ਚਿੱਤਰ ਤੋਂ ਝਲਕ ਪੈਂਦੀ ਹੈ। ਸਾਡੇ ਬਾਪੂ ਕੇਸਾਧਾਰੀ ਸਨ,
ਸਾਡਾ ਰੂਪ ਰੰਗ ਉਹਨਾਂ ਵਰਗਾ ਚਾਹੀਦਾ ਹੈ। ਅੱਛਾ, ਇੱਕ ਉਦਾਹਰਣ ਦਿੰਨਾ, ਜਰਾ ਸੋਚੋ। ਘਰ ਵਿੱਚ ਬਜ਼ੁਰਗਾਂ ਦੀ ਫੋਟੋ ਟੰਗੀ ਹੁੰਦੀ ਹੈ, ਦਾਦੇ ਦਾਦੀ ਦੀ। ਉਹ ਦੇਖਦਿਆਂ ਹੀ ਸਾਨੂੰ ਉਹਨਾਂ ਦੀ ਯਾਦ ਆ ਜਾਂਦੀ ਹੈ, ਉਹਨਾਂ ਦਾ ਚੇਤਾ ਆਉਂਦਾ ਹੈ, ਉਹਨਾਂ ਨਾਲ ਬਿਤਾਏ ਪਲ ਯਾਦ ਆਉਂਦੇ ਨੇ। ਤੇ ਕਿਸੇ ਫਿਲਮੀ ਐਕਟਰ ਦੀ ਫੋਟੋ ਲੱਗੀ ਹੋਵੇ ਕਮਰੇ ਵਿੱਚ, ਤੇ ਜਦੋਂ ਸੁਤੇ ਸਿੱਧ ਉੱਠੋਗੇ ਮੈਲੇ ਖਿਆਲਾਤ ਮਨ ਵਿੱਚ ਪੈਦਾ ਹੋਣਗੇ, ਕਿਉਂਕਿ ਮੈਲੇ ਦੀ ਫੋਟੋ ਵੇਖ ਲਈ ਹੈ। ਉਹਨਾਂ ਦੀਆਂ ਫਿਲਮਾਂ ਬਾਬਤ ਖਿਆਲ ਪੈਦਾ ਹੋਣਗੇ, ਕਾਮੁਕ ਖਿਆਲ ਪੈਦਾ ਹੋਣਗੇ। ਚਿੱਤਰ ਦਾ ਅਸਰ ਬੜਾ ਹੈ ਬੰਦੇ ਦੇ ਜੀਵਨ ਤੇ। ਇਹ ਇਕੱਲਾ ਨੇਤਰਾਂ ਦਾ ਹੀ ਵਿਸ਼ਾ ਨਹੀਂ ਹੈ, ਵੇਂਦੇ ਨੇਤਰ ਨੇ, ਅਸਰ ਮਨ ਤੇ ਕਰਦਾ ਹੈ ਚਿੱਤਰ। ਇੱਦਾਂ ਹੀ ਮੰਨ ਲਓ ਗੁਰੂ ਨਾਨਕ ਸਾਹਿਬ, ਗੁਰੂ ਸਾਹਿਬਾਨਾਂ ਦੀ ਫੋਟੋ ਟੰਗੀ ਹੈ, ਸ਼ਹੀਦਾਂ ਦੀ, ਬਾਬਾ ਦੀਪ ਸਿੰਘ ਹੁਣਾਂ ਦੀ ਫੋਟੋ ਲਟਕੀ ਹੈ ਕਮਰੇ ਵਿੱਚ, ਮਹਾਂਪੁਰਸ਼ਾਂ ਦੀ ਫੋਟੋ ਲਟਕੀ ਹੈ। ਫੋਟੋ ਦੇਖਦਿਆਂ ਹੀ ਉਹਨਾਂ ਦੀ ਪਾਕ ਸਿੱਖਿਆ ਹਿਰਦੇ ਵਿੱਚ ਯਾਦ ਆਵੇਗੀ, ਪ੍ਰਗਟ ਹੋਵੇਗੀ, ਵਾਹਿਗੁਰੂ ਕਹਿਣ ਨੂੰ ਮਨ ਕਰੇਗਾ। ਗੁਰੂ ਨਾਨਕ ਸਾਹਿਬ ਦੀ ਤਸਵੀਰ ਅਸੀਂ ਵੇਖ ਲਈ, ਚਿੱਤਰਕਾਰ ਨੇ ਜੋ ਉਹਨਾਂ ਦਾ ਇਤਿਹਾਸ ਪੜ੍ਹ ਕੇ ਬਣਾਈ ਹੈ। ਅਚਾਨਕ ਦੀਦਾਰੇ ਹੋਏ ਬਾਪੂ ਦੀ ਫੋਟੋ ਦੇ ਦੇਖਦਿਆਂ ਹੀ ਗੁਰੂ ਨਾਨਕ ਸਾਹਿਬ ਯਾਦ ਆ ਗਏ। ਗੁਰੂ ਨਾਨਕ ਸਾਹਿਬ ਦੀ ਬਾਣੀ ਯਾਦ ਆਈ, ਮਨ ਨੂੰ ਧਰਵਾਸਾ ਹੋਇਆ, ਸਕੂਨ ਮਿਲਿਆ, ਸ਼ਾਂਤੀ ਮਿਲੀ। ਚੰਗੀ ਸੋਚ ਤੋਂ ਸਾਡਾ ਦਿਨ ਸ਼ੁਰੂ ਹੋਇਆ ਤੇ ਮੂੰਹੋਂ ਨਿਕਲਿਆ, ਧੰਨ ਗੁਰੂ ਨਾਨਕ ਤੂੰ ਹੀ ਨਿਰੰਕਾਰ। ਔਰ ਗੁਰੂ ਨਾਨਕ ਦਾ ਨਾਮ ਐਸੀ ਹਸਤੀ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਨੇ, ਗਾਵਹਿ ਇੰਦਰਾਦ ਭਗਤ ਪ੍ਰਹਿਲਾਦਕ ਆਤਮ ਰਸ ਜਿਨ ਜਾਣਿਓ, ਕਬ ਕਲ ਸੁਜਸ ਗਾਵੋ ਗੁਰੂ ਨਾਨਕ ਰਾਜ ਜੋਗ ਜਿਨ ਮਾਣਿਓ। ਕਹਿੰਦੇ ਜਿੰਨੇ ਵੀ ਮਹਾਂਪੁਰਸ਼ ਹੋਏ ਨੇ, ਚਾਹੇ ਇੰਦਰ ਦੇਵ ਹੈ, ਪ੍ਰਹਿਲਾਦ ਵਰਗੇ ਭਗਤ ਨੇ, ਜਿਸ ਅਕਾਲ ਪੁਰਖ ਨੂੰ ਗਾ ਰਹੇ ਨੇ ਉਹ ਅਕਾਲ ਪੁਰਖ ਹੀ ਗੁਰੂ ਨਾਨਕ ਹੈ। ਜਿਹੜਾ ਗੁਰੂ ਨਾਨਕ ਦੇ ਗੀਤ ਗਾਵੇਗਾ ਉਹ ਰਾਜ ਜੋਗ ਹਾਸਲ ਕਰ ਲਵੇਗਾ, ਉਹ ਸੁਖ ਹਾਸਲ ਕਰੇਗਾ, ਉਹ ਮੁਕਤੀ ਹਾਸਲ ਕਰੇਗਾ, ਰਾਜਿਆਂ ਵਾਂਗੂ ਉਹਦਾ ਰਹਿਣ ਸਹਿਣ ਹੋਵੇਗਾ। ਭਾਵ ਦੌਲਤਾਂ ਸ਼ੌਹਰਤਾਂ ਝੋਲੀ ਪੈਣਗੀਆਂ, ਜੋਗ ਤੋਂ ਭਾਵ ਉਹ ਖੁਦਾ ਨਾਲ ਵੀ ਜੁੜਿਆ ਰਹੇਗਾ। ਇਹ ਹੈ ਗੁਰੂ ਨਾਨਕ ਦੇ ਗੁਣ ਗਾਉਣ ਦਾ ਨਤੀਜਾ। ਤੇ ਜਿਸ ਚਿੱਤਰ ਨੂੰ ਵੇਖ ਕੇ ਗਲੂਏ ਚੋਂ ਧੰਨ ਗੁਰੂ ਨਾਨਕ ਨਿਕਲੇ ਤੇ ਉਸ ਚਿੱਤਰ ਦੀ ਨਰਾਦਰੀ ਕਰੇ ਤੂੰ, ਇਹ ਨਰਕਾਂ ਨੂੰ ਹੀ ਜਾਵੇਂਗਾ ਨਾ। ਫਿਰ ਥੋੜਾ ਜਿਹਾ ਸੋਚਿਆ ਕਰੋ, ਵਗਦੀ ਪਾਉਣ ਨਾਲ ਨਹੀਂ ਤੁਰ ਪਈਦਾ ਹੁੰਦਾ। ਇੱਧਰੋਂ ਇੱਕ ਉੱਠਦਾ ਹੈ, ਇਹ ਚਿੱਤਰ ਸੁੱਟ ਦਿਓ ਜੀ ਗੁਰੂ ਸਾਹਿਬ ਦੇ, ਤੇ ਨਕਲੀ ਨੇ। ਇਸ ਗੱਲ ਦਾ ਖਿਆਲ ਰੱਖੀ ਸਿੱਖਾ, ਅਸੀਮ ਸ਼ਕਤੀ ਦੇ ਮਾਲਕ ਸਨ 10 ਗੁਰੂ, ਔਰ ਜੇ ਦੀ ਸ਼ਕਤੀ ਦੀ ਸੀਮਾ ਹੀ ਨਹੀਂ ਹੈ, ਉਹਨੂੰ ਕਲਮਬੱਧ ਨਹੀਂ ਕੀਤਾ ਜਾ ਸਕਦਾ, ਹਿੰਨ ਬਿੰਨ ਉਹਦਾ ਚਿੱਤਰ ਬਣਾਇਆ ਨਹੀਂ ਜਾ ਸਕਦਾ। ਪਰ ਫਿਰ ਵੀ ਕਵੀ ਜਨਾਂ ਨੇ ਇਤਿਹਾਸ ਪੜ੍ਹ ਕੇ, ਪ੍ਰੇਮ ਵਸ ਹੋ ਕੇ, ਜੈਸੀ ਮੂਰਤ ਉਹ ਘੜ ਸਕੇ ਵੈਸਾ ਚਿੱਤਰ ਉਹਨਾਂ ਘੜਿਆ ਹੈ, ਜਿਸ ਨੂੰ ਦੇਖ ਕਰਕੇ ਗੁਰੂ ਦੀ ਯਾਦ ਆਉਂਦੀ ਹੈ, ਗੁਰੂ ਪ੍ਰਤੀ ਪ੍ਰੇਮ ਪੈਦਾ ਹੁੰਦਾ ਹੈ। ਵੇਖੋ, ਅਸੀਂ ਇਹ ਸਮਝਦੇ ਹਾਂ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਹੁਕਮ ਹੈ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਸਾਹਿਬ ਸਾਡੇ ਗੁਰੂ ਨੇ, ਪਰ ਬਾਣੀ ਵਿੱਚ ਕਿਤੇ ਨਹੀਂ ਲਿਖਿਆ ਵੀ ਤੁਸੀਂ ਚਿੱਤਰ ਦੀ ਨਰਾਦਰੀ ਕਰੋ, ਅਦਬ ਨਾ ਕਰੋ, ਸਤਿਕਾਰ ਨਾ ਕਰੋ। ਅਸੀਂ ਤਸਵੀਰਾਂ ਦੀ ਪੂਜਾ ਨਹੀਂ ਕਰਦੇ, ਪੂਜਾ ਅਕਾਲ ਦੀ ਹੈ, ਗੁਰੂ ਗ੍ਰੰਥ ਸਾਹਿਬ ਦੀ ਹੈ। ਪਰ ਜਿਵੇਂ ਗੁਰੂ ਗ੍ਰੰਥ ਸਾਹਿਬ ਦੇ ਦਰਸ਼ਨ ਕੀਤਿਆਂ ਭਗਤਾਂ ਸੰਤਾਂ ਮਹਾਂਪੁਰਸ਼ਾਂ ਗੁਰੂ ਪੀਰਾਂ ਅਕਾਲ ਪੁਰਖ ਦੀ ਯਾਦ ਆਉਂਦੀ ਹੈ, ਚੰਗੇ ਖਿਆਲਾਤ ਪੈਦਾ ਹੁੰਦੇ ਨੇ। ਇੱਦਾਂ ਹੀ ਉਹ ਪਾਕ ਜੋ ਘਰਾਂ ਵਿੱਚ ਪਈਆਂ ਗੁਰੂ ਸਾਹਿਬਾਨਾਂ ਦੀਆਂ ਤਸਵੀਰਾਂ ਨੇ, ਉਹਨਾਂ ਨਾਲ ਫੀਲਿੰਗਸ ਜੁੜੀਆਂ ਨੇ, ਉਹਨਾਂ ਨੂੰ ਦੇਖ ਕਰਕੇ ਗੁਰਾਂ ਦੀ ਯਾਦ ਆਉਂਦੀ ਹੈ। ਮੈਂ ਹਰ ਉਸ ਜ਼ਰੀਏ ਦਾ ਸਤਿਕਾਰ ਕਰਦਾ ਹਾਂ ਜਿਹੜਾ ਗੁਰੂ ਪਰਮੇਸ਼ਰ ਨੂੰ ਯਾਦ ਕਰਵਾ ਦੇਵੇ, ਚਾਹੇ ਉਹ ਤਸਵੀਰ ਹੈ, ਇਤਿਹਾਸਕ ਗ੍ਰੰਥ ਨੇ, ਚਾਹੇ ਉਹ ਇਤਿਹਾਸਕ ਸਥਾਨ ਨੇ, ਤੇ ਚਾਹੇ ਉਹ ਧਾਰਮਿਕ ਗ੍ਰੰਥ ਨੇ, ਜੋ ਗੁਰੂ ਨੂੰ ਯਾਦ ਕਰਵਾ ਦੇਵੇ, ਸਾਡੇ ਜ਼ਿਹਨ 'ਚ ਟਿਕਾ ਦੇਵੇ।
परमेश्वर की याद दिला दवे। एक श्याम सुंदर लाल बरक होया है, महान कवि, ਉਹਦੇ पाक बोल सन, कहंदा तेरी तस्वीर से रहमत बरसती है गुरु नानक, करे तारीफ तेरी किसकी हस्ती है गुरु नानक। एक जगह कवि कहंदे ने हमारे दिल के आईने में तस्वीर नानक की, हमारे कान के पर्दे में है तकरीर नानक की। ਕਹਿੰਦਾ ਅੱਖਾਂ ਵਿੱਚ ਗੁਰੂ ਦੀ ਤਸਵੀਰ ਵਸਦੀ ਹੈ ਤੇ ਕੰਨਾਂ ਵਿੱਚ ਉਹਦੀ ਤਕਰੀਰ, ਉਹਦੇ ਬੋਲ ਵਸਦੇ ਨੇ, ਦੋਵੇਂ ਹੀ ਮੁਕਤੀ ਦੇਣ ਵਾਲੇ ਨੇ। ਅੱਛਾ, ਗੈਰ ਸਿੱਖਾਂ ਨੂੰ ਇੰਨਾ ਅਦਬ ਹੈ ਗੁਰਾਂ ਦੀ ਤਸਵੀਰ ਦਾ। ਮੈਂ ਫਿਰ ਕਹਿ ਦੇਵਾਂ, ਤਸਵੀਰ ਦਾ ਅਦਬ ਸਤਿਕਾਰ ਹੋਰ ਪੱਖ ਹੈ, ਮੂਰਤੀ ਦੀ ਪੂਜਾ ਕਰਨੀ ਹੋਰ ਪੱਖ ਹੈ। ਪੂਜਾ ਅਸੀਂ ਕਿਸ ਦੀ ਕਰਦੇ ਹਾਂ? ਗੁਰੂ ਨਾਨਕ ਦੀ, ਅਕਾਲ ਪੁਰਖ ਦੀ, ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ, ਸ਼ਬਦਾ ਅਵਤਾਰ ਦੀ। ਜਦੋਂ ਗੁਰੂ ਸਰਗੁਣ ਸਰੂਪ ਵਿੱਚ ਸਨ, ਅਸੀਂ ਦਸਾਂ ਗੁਰਾਂ ਦੀ ਵੀ ਪੂਜਾ ਕਰਦੇ ਰਹੇ ਹਾਂ। ਮੈਂ ਦੁਹਰਾ ਦੇਵਾਂ, ਜਿਨ ਨਾਨਕ ਸਤਿਗੁਰ ਪੂਜਿਆ ਤਿਨ ਹਰ ਪੂਜ ਕਰਾਵਾ, ਇਹ ਸਿਧਾਂਤ ਹੈ ਸਿੱਖੀ ਦਾ। ਅੱਜ ਸ਼ਬਦਾ ਅਵਤਾਰ ਦੀ ਪੂਜਾ ਸੇਵਾ ਬੰਦਨਾ ਅਰਚਨਾ ਕਰਦੇ ਹਾਂ। ਤਸਵੀਰ ਦਾ ਅਦਬ ਹੈ, ਇਹ ਰਵੇਗਾ। ਇਹਨੂੰ ਕਹਿੰਦੇ ਨੇ ਚਿੱਤਰ ਦਰਸ਼ਨ। ਆਪਣੇ ਮਾਲਕ ਦੇ ਚਿੱਤਰ ਦੇ ਦਿਦਾਰੇ ਕਰਕੇ ਉਹਦੀ ਯਾਦ ਆ ਜਾਣੀ, ਅੰਦਰ ਪ੍ਰਗਟ ਹੋ ਜਾਣੀ, ਉਹਦੇ ਦਿਦਾਰੇ ਹੋ ਜਾਣੇ। ਅੱਛਾ, ਜਦੋਂ ਤੁਸੀਂ ਬੱਚਿਆਂ ਨੂੰ ਕਹਿੰਦੇ ਹੋ ਧੰਨ ਗੁਰੂ ਨਾਨਕ ਆਖੋ, ਬੈਠੋ ਬਾਣੀ ਪੜ੍ਹੋ, ਉਹ ਪੁੱਛਣਗੇ ਗੁਰੂ ਨਾਨਕ ਸਾਹਿਬ ਕੈਸੇ ਸਨ ਤੇ ਕੀ ਜਵਾਬ ਹੈ ਤੁਹਾਡੇ ਕੋਲ? ਫਿਰ ਉੱਥੇ ਇੱਕ ਚਿੱਤਰ ਹੀ ਦਿਖਾਉਣਾ ਪੈਂਦਾ ਹੈ ਵੀ ਠੀਕ ਹੈ, ਉਹਦੀ ਹਸਤੀ ਪੂਰਨ ਤੌਰ 'ਤੇ ਕਲਮਬੱਧ ਨਹੀਂ ਹੁੰਦੀ, ਪਰ ਕੁਝ ਇੱਦਾਂ ਦੇ ਹੀ ਲੱਗਦੇ ਸਨ ਸਾਡੇ ਬਾਪੂ। ਫਕੀਰੀ ਦਾ ਲਿਬਾਸ ਸੀ ਉਹਨਾਂ ਦਾ। ਸੋ ਇਸ ਗੱਲ ਦਾ ਖਿਆਲ ਰੱਖੋ। ਦਾਦਿਆਂ ਪੜਦਾਦਿਆਂ ਦੀਆਂ ਫੋਟੋਆਂ ਘਰ ਵਿੱਚ ਤਾਂ ਹੀ ਤੁਸੀਂ ਟੰਗੀਆਂ ਨੇ, ਆਉਣ ਵਾਲੀ ਪੀੜ੍ਹੀ ਸਿੱਖੀ ਨਾਲੋਂ ਨਾ ਟੁੱਟੇ, ਉਹਨਾਂ ਨੂੰ ਯਾਦ ਰਵੇ ਵੀ ਅਸੀਂ ਕੇਸਾਧਾਰੀ ਸਾਂ ਤੇ ਇੱਦਾਂ ਦਾ ਰੰਗ ਰੂਪ ਰੱਖਣਾ ਹੈ। ਸੋ ਇਹ ਜਿਹੜੇ ਚਿੱਤਰ ਨੇ ਸਾਨੂੰ ਕੁਝ ਨਾ ਕੁਝ ਮਰਿਆਦਾ ਦੇ ਨੇੜੇ ਵੀ ਰੱਖਦੇ ਨੇ। ਮੈਂ ਫਿਰ ਕਹਿ ਦੇਵਾਂ, ਗੁਰ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਬਾਸ ਨਾ ਭਰਿਆਰੇ। ਜਿਨਨੇ ਗੁਰੂ ਨਾਨਕ ਨੂੰ ਸੁਣ ਲਿਆ ਜਾਂ ਦਿਦਾਰੇ ਕਰ ਲਏ ਉਹਦੇ, ਚਾਹੇ ਪ੍ਰਤੱਖ ਦਿਦਾਰੇ ਨੇ, ਚਾਹੇ ਚਿੱਤਰ ਵੇਖ ਕੇ ਉਹਦੇ ਦਰਸ਼ਨ ਹੋ ਜਾਣ, ਕਹਿੰਦੇ ਉਹ ਗਰਵਾਸ ਵਿੱਚ ਨਹੀਂ ਆਉਂਦਾ, ਉਹ ਨਿਜ਼ਾਤ ਹਾਸਲ ਕਰਦਾ ਹੈ, ਰੀਇਨਕਾਰਨੇਸ਼ਨ। ਇਸ ਗੱਲ ਦਾ ਖਿਆਲ ਰੱਖਿਓ, ਉਹ ਕਦੇ ਵੀ ਵਾਰ-ਵਾਰ ਦੁਨੀਆ ਤੇ ਨਹੀਂ ਆਵੇਗਾ। ਹੀ ਵਿਲ ਬੀ ਇਮੈਂਸੀਪੇਟਡ, ਉਹ ਮੁਕਤ ਹੋ ਜਾਵੇਗਾ। ਅੱਛਾ, ਅੱਗੇ ਹੈ ਸੁਅਪਨ ਦਰਸ਼ਨ। ਸੁਅਪਨ ਦਾ ਭਾਵ ਹੈ ਜਦੋਂ ਅਕਾਲ ਪੁਰਖ ਗੁਰੂ ਨਾਨਕ ਸੁਪਨੇ ਵਿੱਚ ਦਿਦਾਰੇ ਦੇ ਜਾਣ। ਜਿਵੇਂ ਬਾਣੀ ਚਾਹੁੰਦਾ ਨਾ, ਸੁਣ ਸਖੀਏ ਮੇਰੀ ਨੀਂਦ ਭਲੀ, ਮੈਂ ਆਪਨੜਾ ਪਿਰ ਮਿਲਿਆ। ਕਹਿੰਦੇ ਆ ਜਾਗਣ ਨਾਲੋਂ ਤੇ ਸੌਣਾ ਹੀ ਫਿਰ ਠੀਕ ਸੀ। ਸੁਪਨੇ ਵਿੱਚ ਕਮ ਸੇ ਕਮ ਗੁਰੂ ਤੇ ਦਰਸ਼ਨ ਦਿੰਦਾ ਏ। ਜਦੋਂ ਅੱਖਾਂ ਖੋਲ੍ਹ ਕੇ ਤੁਰੇ ਫਿਰਦੇ ਆ, ਰੰਗ ਰੂਪ ਵੇਖ ਕੇ ਪੁੱਠੇ ਸਿੱਧੇ ਖਿਆਲਾਤ ਪੈਦਾ ਹੁੰਦੇ ਨੇ, ਤੇ ਇਹੋ ਜਿਹੇ ਜਾਗਣ ਨਾਲੋਂ ਤੇ ਸੌਣਾ ਹੀ ਚੰਗਾ ਹੈ। ਅੱਖਾਂ ਬੁਰਾ ਤੇ ਨਹੀਂ ਨਾ ਵੇਖਦੀਆਂ ਜਦੋਂ ਬੰਦ ਹੁੰਦੀਆਂ ਨੇ, ਪਰ ਦਰਸ਼ਨ ਹੋ ਜਾਂਦੇ ਨੇ ਖਸਮ ਦੇ, ਅਕਾਲ ਪੁਰਖ ਦੇ, ਗੁਰੂ ਨਾਨਕ ਦੇ। ਇਹ ਤੀਸਰੇ ਪ੍ਰਕਾਰ ਦੇ ਦਰਸ਼ਨ। ਤੇ ਚੌਥੇ ਪ੍ਰਕਾਰ ਦੇ ਦਰਸ਼ਨ ਨੇ ਪ੍ਰਤੱਖ ਦਰਸ਼ਨ। ਸਾਹਮਣੇ ਦਿਦਾਰੇ ਹੋ ਜਾਣੇ, ਸਾਹਮਣੇ ਦਰਸ਼ਨ ਹੋ ਜਾਣੇ। ਇੱਕ ਵਾਰ ਨਾ ਸੰਤ ਅਤਰ ਸਿੰਘ ਮਹਾਰਾਜ, ਬ੍ਰਹਮਵੇਤੇ ਮਹਾਤਮਾ, ਖੁਦਾ ਦੇ ਵਿੱਚ ਅਭੇਦ ਹੋਏ ਮਹਾਤਮਾ ਬੈਠੇ ਨੇ, ਤੇ ਮਹਾਪੁਰਸ਼ ਦੀ ਜਿਹੜੀ ਬੁਲੰਦ ਹਸਤੀ ਹੈ ਨਾ, ਉਹਦੇ ਦਿਦਾਰੇ ਕਰਨ ਬੜੀਆਂ ਸੰਗਤਾਂ ਆ ਜਾਂਦੀਆਂ ਨੇ। ਅੱਗੇ ਸੰਗਤਾਂ ਬੈਠੀਆਂ, ਮਹਾਪੁਰਸ਼ਾਂ ਪੁੱਛ ਲਿਆ ਵੀ ਕੋਈ ਗੁਰਸਿੱਖ ਹੈ ਜਿਸ ਨੇ 10 ਗੁਰੂ ਸਾਹਿਬਾਨਾਂ ਦੇ ਦਰਸ਼ਨ ਕੀਤੇ ਹੋਣ? ਤੇ ਸਾਰੇ ਸੋਚੀ ਪੈ ਗਏ। ਕਹਿੰਦੇ ਜੀ ਬਾਬਾ ਬੁੱਢਾ ਜੀ ਨੇ ਕੀਤੇ ਨੇ, ਗੁਰੂ ਨਾਨਕ ਸਾਹਿਬ ਤੋਂ ਲੈ ਕੇ ਗੁਰੂ ਹਰਗੋਬਿੰਦ ਸਾਹਿਬ ਤੱਕ 6 ਪਾਤਸ਼ਾਹੀਆਂ ਦੇ ਦਰਸ਼ਨ, 10 ਦੇ ਦਰਸ਼ਨ ਕੀਤੇ ਹੋਣ, ਇਹ ਸਾਨੂੰ ਸਮਝ ਨਹੀਂ ਹੈ ਵੀ ਕੋਈ ਐਸਾ ਗੁਰਸਿੱਖ ਹੈ।
ਦਮਦਮੀ ਟਕਸਾਲ ਦੇ ਮੁਖੀ ਰਹੇ ਮਹਾਪੁਰਸ਼ ਸੰਤ ਗਿਆਨੀ ਸੁੰਦਰ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ, ਉਹ ਵੀ ਬੈਠੇ ਸਨ। ਉਹ ਕਹਿੰਦੇ ਮਹਾਪੁਰਸ਼ੋ ਮੈਂ ਬੇਨਤੀ ਕਰਾਂ, ਤੇ ਸੰਤ ਅਤਰ ਸਿੰਘ ਉਹਨਾਂ ਨੂੰ ਗਿਆਨੀ ਜੀ ਕਹਿੰਦੇ ਸਨ। ਗਿਆਨੀ ਜੀ ਦੱਸੋ। ਬਾਬਾ ਸੁੰਦਰ ਸਿੰਘ ਜੀ ਕਹਿੰਦੇ ਜਦੋਂ ਅੰਮ੍ਰਿਤ ਵੇਲੇ ਮੈਂ ਇਸ਼ਨਾਨ ਕਰਕੇ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਸਾਹਮਣੇ ਅਰਦਾਸ ਕਰਕੇ ਉਹਨਾਂ ਦੇ ਪਾਕ ਅੰਗਾਂ ਤੋਂ ਰੁਮਾਲਾ ਸਾਹਿਬ ਚੁੱਕ ਕੇ ਉਹਨਾਂ ਨੂੰ ਪ੍ਰਕਾਸ਼ਵਾਨ ਕਰਕੇ ਹੁਕਮਨਾਮਾ ਲੈਣ ਲੱਗਦਾ ਹਾਂ, ਜਦੋਂ ਅੰਗਾਂ ਦੇ ਦਿਦਾਰੇ ਕਰਦਾ ਹਾਂ ਤੇ ਮੈਨੂੰ ਗੁਰੂ ਨਾਨਕ ਤੋਂ ਗੁਰੂ ਗੋਬਿੰਦ ਸਿੰਘ ਦਸੋ ਪਾਤਸ਼ਾਹੀਆਂ ਉੱਥੇ ਬੈਠੀਆਂ ਦਰਸ਼ਨ ਬਖਸ਼ ਦਿੰਦੀਆਂ ਨੇ। ਇਹ ਆਪੋ ਆਪਣੇ ਨੇਤਰ ਨੇ। ਆ ਬਾਪੂ ਦੀ ਜਿਹੜੀ ਨਜ਼ਰ ਹੁੰਦੀ ਹੈ ਨਾ 200-400 ਫੁੱਟ ਤੱਕ ਹੀ ਹੁੰਦੀ ਹੈ, ਤੇ ਜਵਾਨ ਕਿਲੋਮੀਟਰ ਤਾਈਂ ਦੇਖ ਲੈਂਦਾ ਹੈ। ਇਹ ਨਿਗਾਹ, ਇਹ ਨਜ਼ਰ ਆਪੋ ਆਪਣੀ ਹੈ। ਕਿਸੇ ਮਹਾਪੁਰਸ਼ ਦੇ ਗਿਆਨ ਰੂਪੀ ਵਿਚਾਰ ਰੂਪੀ ਨੇਤਰ ਬੜੀ ਦੂਰ ਤੱਕ ਪਹੁੰਚ ਰੱਖਦੇ ਨੇ, ਤੇ ਕਿਸੇ ਦੀ ਵਿਚਾਰ ਰੰਚਕ ਮਾਤਰ ਹੀ ਹੈ। ਪ੍ਰਤੱਖ ਦਰਸ਼ਨ ਜਿਨ੍ਹਾਂ ਨੂੰ ਹੋ ਜਾਂਦੇ ਨੇ ਕਰਮਾਂ ਵਾਲੇ ਨੇ। ਬਾਕੀ ਆਪਾਂ ਸਾਰੇ ਯਤਨ ਤੇ ਕਰਦੇ ਹੀ ਆ ਗੁਰੂ ਨਾਨਕ ਦਰਸ਼ਨ ਦਵੇ ਗੁਰੂ ਗ੍ਰੰਥ ਸਾਹਿਬ ਵਿੱਚੋਂ ਪ੍ਰਗਟ ਹੋ ਕੇ, ਅਕਾਲ ਪੁਰਖ ਦਰਸ਼ਨ ਦਵੇ ਇਸ ਬਾਣੀ ਚੋਂ ਪ੍ਰਗਟ ਹੋ ਕੇ। ਜਿਵੇਂ ਲੋਕ ਕਹਿ ਦਿੰਦੇ ਨਾ ਰੱਬ ਦਿਖਦਾ ਨਹੀਂ ਹੈ, ਗੁਰੂ ਗ੍ਰੰਥ ਸਾਹਿਬ ਕਹਿੰਦੇ ਕੁਝ ਅੱਖਾਂ ਨੇ ਜੋ ਵੇਖ ਲੈਂਦੀਆਂ ਨੇ ਜੇ ਗੁਰੂ ਦੀ ਕਿਰਪਾ ਹੋਵੇ। ਅਦਿਸ਼ਟ ਅਗੋਚਰ ਅਲਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ। ਜੋ ਅਦ੍ਰਿਸ਼ਟ ਹੈ ਅੱਖਾਂ ਦਾ ਵਿਸ਼ਾ ਨਹੀਂ, ਜੋ ਅਗੋਚਰ ਹੈ ਦਿਖਦਾ ਨਹੀਂ ਹੈ, ਗੁਰੂ ਸਾਹਿਬ ਕਹਿੰਦੇ ਗੁਰਮੁਖਾਂ ਨੇ ਅੱਖਾਂ ਨਾਲ ਵੇਖਿਆ ਹੋਇਆ ਹੈ। ਇਹ ਬਾਣੀ ਕਹਿੰਦੀ ਹੈ, ਇਹ ਬਾਣੀ ਦਾ ਫੈਸਲਾ ਹੈ। ਦਾ ਇਮੈਕੂਲੇਟ ਲਾਰਡ, ਉਹ ਜਿਹੜਾ ਖੁਦਾਇਆ ਹੈ, ਪਰਮਾਤਮਾ ਹੈ। ਦੋਸ ਗੁਰਮੁਖਸ ਦੇ ਬਿਹੋਲਡ ਵਿਦ ਦੇਅਰ ਆਈਜ਼ ਦਾ ਅਨਸੀਨ ਲਾਰਡ, ਜਿਹੜਾ ਨਹੀਂ ਦਿਖਦਾ ਉਹ ਵੀ ਵੇਖ ਲੈਂਦੇ ਨੇ ਗੁਰਮੁਖ ਜਨ। ਪ੍ਰਤੱਖ ਦਰਸ਼ਨ। ਸੋ ਇੱਦਾਂ 4 ਪ੍ਰਕਾਰ ਦੇ ਦਰਸ਼ਨ ਨੇ। ਹੁਣ ਚੌਹਾਂ ਚੋਂ ਤੁਹਾਨੂੰ ਕੋਈ ਵੀ ਹੋ ਜਾਣ, ਮੇਰੇ ਗੁਰੂ ਅਰਜਨ ਸਾਹਿਬ ਕਹਿੰਦੇ ਨੇ ਗੁਰੂ ਜਿਹੜਾ ਹੈ ਨਾ, ਜੋ ਉਸ ਦੇ ਦਰਸ਼ਨ ਕਰਦਾ ਹੈ ਉਹ ਬਲਿਹਾਰੇ ਜਾਂਦਾ ਹੈ। ਆਪਾ ਵਾਰਦਾ ਹੈ ਗੁਰੂ ਤੋਂ ਗੁਰੂ ਐਸੇ ਸੁੰਦਰ ਸਰੂਪ ਨੇ। ਗੁਰ ਜੀ ਕੇ ਦਰਸ਼ਨ ਕਹੋ ਬਲ ਜਾਓ, ਬਲਿਹਾਰੇ ਜਾਵਾਂ ਉਸ ਗੁਰੂ ਦੇ ਦਰਸ਼ਨਾਂ ਤੋਂ ਮੈਂ। ਆਪਾ ਵਾਰ ਦੇਵਾਂ ਉਸ ਗੁਰੂ ਦੇ ਦਰਸ਼ਨਾਂ ਤੋਂ ਮੈਂ, ਆਪਾ ਕੁਰਬਾਨ ਕਰ ਦੇਵਾਂ ਉਹਦੇ ਦਰਸ਼ਨਾਂ ਤੋਂ। ਕਿਉਂ ਕਰਾਂ ਜੀ? ਕਹਿੰਦੇ ਸਤਿਗੁਰ ਕਉ ਬਲ ਜਾਈਐ, ਜਿਤ ਮਿਲਿਆ ਪਰਮ ਗਤ ਪਾਈਐ। ਕਿਉਂਕਿ ਜਿਹੜਾ ਗੁਰੂ ਤੋਂ ਆਪਾ ਵਾਰਨ ਲਈ ਤਿਆਰ ਹੈ ਉਹ ਪਰਮ ਪਦਵੀ ਪਾ ਲੈਂਦਾ ਹੈ। ਦਾ ਸੁਪਰੀਮ ਸਟੇਟਸ ਇਜ਼ ਓਬਟੇਨਡ। ਸਭ ਤੋਂ ਬੁਲੰਦ ਰੁਤਬਾ ਉਸ ਨੂੰ ਸੰਤਾਂ ਵਾਲਾ ਹਾਸਲ ਹੈ। ਉਹਦੀ ਦੁਨੀਆ ਤੇ ਵਡਿਆਈ ਹੈ ਜੋ ਗੁਰੂ ਤੋਂ ਆਪਾ ਵਾਰਨ ਲਈ ਤਿਆਰ ਹੈ। ਅੱਗੇ ਮਹਾਰਾਜ ਹੁਕਮ ਕਰਦੇ ਹਨ, ਜਪ ਜਪ ਜੀਵਾ ਸਤਿਗੁਰ ਨਾਓ। ਮੈਂ ਆਪਣੇ ਗੁਰਾਂ ਦਾ ਨਾਮ ਜਪ ਕੇ ਜਿਉਂਦਾ ਹਾਂ। ਇਹ ਅਵਸਥਾ ਮਹਾਂਪੁਰਸ਼ਾਂ ਨੂੰ ਪ੍ਰਾਪਤ ਹੁੰਦੀ ਹੈ। ਕਹਿੰਦੇ ਜਿਉਂ ਹੀ ਨਹੀਂ ਸਕਦੇ ਜੇ ਨਾਮ ਨਹੀਂ ਜਪਦੇ। ਜਿਵੇਂ ਮੱਛੀ ਪਾਣੀ ਬਿਨਾ ਨਹੀਂ ਨਾ ਜ਼ਿੰਦਾ ਰਹਿ ਸਕਦੀ, ਕੁਝ ਐਸੇ ਮਹਾਂਪੁਰਸ਼ ਨੇ ਜੋ ਬਾਣੀ ਬਿਨਾ ਜ਼ਿੰਦਾ ਨਹੀਂ ਰਹਿ ਸਕਦੇ। ਜਪ ਦਾ ਮਤਲਬ ਹੈ ਜ਼ਬਾਨ ਨਾਲ ਜਪਣਾ। ਕਈ ਕਹਿ ਦਿੰਦੇ ਜੀ ਤੋਤਾ ਰਟਨ ਹੈ। ਮਹਾਰਾਜ ਕਹਿੰਦੇ ਜਪ ਜਪ ਕੇ ਜੀਣਾ ਚਾਹੀਦਾ ਹੈ। ਇੱਥੇ ਜਪ ਲਫ਼ਜ਼ ਹੈ, ਸਿਮਰਨ ਲਫ਼ਜ਼ ਨਹੀਂ ਹੈ। ਸਿਮਰਨ ਮਨ ਦਾ ਵਿਸ਼ਾ ਹੈ, ਵਿਚਾਰ ਦਾ। ਜਪਣਾ ਜ਼ੁਬਾਨ ਦਾ ਵਿਸ਼ਾ ਹੈ। ਤੋਤਾ ਰਟਣੀ ਕਹਿ ਲਵੋ ਇਸ ਨੂੰ। ਮੰਤਰਾਂ ਦੇ ਰੱਟੇ ਲਾਉਣੇ ਸਫਲੇ ਨਹੀਂ, ਗੁਰੂ ਨਾਨਕ ਦੇ ਨਾਮ ਦੇ ਰੱਟੇ ਲਾਉਣੇ ਵੀ ਮੁਕਤੀ ਦਿੰਦੇ ਨੇ। ਮਹਾਰਾਜ ਕਹਿੰਦੇ ਰੱਟੇ ਲਾ ਕੇ ਜਿਉਣਾ ਚਾਹੀਦਾ ਹੈ ਖੁਦਾ ਦੇ ਨਾਮ ਦੇ। ਅੱਛਾ, ਜਪਣਾ ਵੀ ਕਈ ਤਰ੍ਹਾਂ ਦਾ ਹੈ। ਵੈਸੇ ਵਿਦਵਾਨ ਪੁਰਸ਼ਾਂ ਨੇ ਇਹਦੇ 3 ਪ੍ਰਕਾਰ ਲਿਖੇ ਨੇ। ਪਹਿਲਾ ਹੈ ਵਾਚਕ, ਭਾਵ ਜੋ ਸਪਸ਼ਟ ਅੱਖਰਾਂ ਵਿੱਚ ਜਾਪ ਕੀਤਾ ਜਾਵੇ। ਮੈਂ ਜਿਵੇਂ ਕਿਸੇ ਪੰਕਤੀ ਦਾ ਜਾਪ ਕਰਾਂ ਤੇ ਤੁਹਾਨੂੰ ਸੁਣ ਰਿਹਾ ਹੋਵੇ, ਜ਼ਬਾਨ ਨਾਲ ਜਪ ਰਿਹਾ ਹੈ। ਦੂਸਰਾ ਜਿਹੜਾ ਪੱਖ ਹੈ ਉਹ ਹੈ ਉਪਾਂਸ਼, ਜੋ ਹੋਠਾਂ ਨਾਲ ਜਪਿਆ ਜਾਂਦਾ ਪਰ ਆਵਾਜ਼ ਧੀਮੀ ਹੈ। ਨਾਲ ਦੇ ਨੂੰ ਪਤਾ ਨਹੀਂ ਲੱਗਦਾ ਕੀ ਜਪ ਰਿਹਾ ਹੈ, ਪਰ ਇੰਨਾ ਕੁ ਪਤਾ ਹੁੰਦਾ ਹੈ ਵੀ ਕੁਝ ਜਪ ਰਿਹਾ ਹੈ। ਤੀਸਰਾ ਪੱਖ ਹੈ ਮਾਨਸ,
ਭਾਵ ਮਨ ਵਿੱਚ ਜਿਸ ਦਾ ਚਿੰਤਨ ਕੀਤਾ ਜਾਵੇ, ਜਿਸ ਨੂੰ ਮਨ ਵਿੱਚ ਯਾਦ ਕੀਤਾ ਜਾਵੇ। ਤੁਸੀਂ ਕੁਝ ਵੀ ਕਰ ਲਵੋ, ਜ਼ੁਬਾਨ ਨਾਲ ਜਪੋ, ਮਨ ਨਾਲ ਜਪੋ ਜਾਂ ਬੁੱਲ੍ਹਾਂ ਨਾਲ ਜਪੋ, ਮਹਾਰਾਜ ਕਹਿੰਦੇ ਨੇ ਇਹ ਸਫਲਾ ਹੈ। ਤੇ ਕੁਝ ਐਸੇ ਮਹਾਂਪੁਰਸ਼ ਨੇ ਜਿਹੜੇ ਕਹਿੰਦੇ ਸਾਡੀ ਖੁਰਾਕ ਹੈ ਜਪਣਾ, ਜੇ ਨਹੀਂ ਜਪਦੇ ਤੇ ਮੌਤ ਆਉਂਦੀ ਹੈ। ਅਸੀਂ ਜ਼ਿੰਦਾ ਹੀ ਉਹਨੂੰ ਜਪ ਕੇ ਰਹਿੰਦੇ ਹਾਂ। ਉਹ ਕੌਣ ਹੈ? ਅਕਾਲ ਪੁਰਖ ਦੇ ਸਰਗੁਣ ਸਰੂਪ ਸਤਿਗੁਰੂ ਰਾਮਦਾਸ ਸਾਹਿਬ, ਆਪ ਸਿਰਜਣਹਾਰੈ ਧਾਰਿਆ, ਧੰਨ ਧੰਨ ਰਾਮਦਾਸ ਗੁਰਜਨ ਸਿਰਿਆ ਤਨੈ ਸਵਾਰਿਆ। ਗੁਰੂ ਅਰਜਨ ਸਾਹਿਬ ਕਹਿੰਦੇ ਉਹ ਮੇਰਾ ਬਾਪੂ ਹੈ, ਉਹ ਗੁਰੂ ਨਾਨਕ ਸਾਹਿਬ ਹੈ, ਉਹ ਸਤ ਸਰੂਪ ਹੈ, ਸਦੀਵੀ ਹੈ, ਕਿਧਰੇ ਨਿਰਗੁਣ ਹੈ, ਕਿਧਰੇ ਸਰਗੁਣ ਹੈ, ਕਿਧਰੇ ਉਹ ਸ਼ਬਦਾ ਅਵਤਾਰ ਗੁਰੂ ਗ੍ਰੰਥ ਸਾਹਿਬ ਹੈ। ਉਹ ਸਦਾ ਹੀ ਸਤ ਸਰੂਪ ਹੈ। ਮੈਂ ਉਹਦੇ ਨਾਮ ਨੂੰ ਜਪ ਕੇ ਜ਼ਿੰਦਾ ਹਾਂ। ਨਾਨਕ ਸਾਹਿਬ ਅਗਮ ਅਗੋਚਰ ਜੀਵਾ ਸੱਚੀ ਨਾਈ, ਮੈਂ ਉਹਦੇ ਨਾਮ ਨੂੰ ਜਪ ਕੇ ਹੀ ਜ਼ਿੰਦਾ ਰਹਿੰਦਾ ਹਾਂ। ਜਿਵੇਂ ਆਉਂਦਾ ਨਾ ਬਾਣੀ 'ਚ, ਜਪ ਜਪ ਜੀਵਾ ਤੇਰਾ ਨਾਓ, ਆਗਹਿ ਦਰਗਹਿ ਪਾਵੋ ਠਾਓ। ਤੇ ਜਿਹੜਾ ਜਪ ਕੇ ਤੇਰੇ ਨਾਮ ਨੂੰ ਜੀਂਦਾ ਹੈ, ਦਰਗਾਹ ਵਿੱਚ ਉਸ ਨੂੰ ਜਗ੍ਹਾ ਮਿਲ ਜਾਂਦੀ ਹੈ, ਉਸ ਨੂੰ ਮੁਕਤੀ ਮਿਲ ਜਾਂਦੀ ਹੈ। ਪਰਮਾਤਮਾ ਦੇ ਦਰਬਾਰ ਅੰਦਰ ਜਗ੍ਹਾ ਹਾਸਲ ਉਹ ਕਰ ਲੈਂਦਾ ਹੈ ਜਿਹੜਾ ਉਹਦੇ ਗੀਤ ਗਾਉਂਦਾ ਹੈ। ਆਈ ਵਿਲ ਓਬਟੇਨ ਅ ਸੀਟ ਇਨ ਦਾ ਕੋਰਟ ਆਫ ਦਾ ਲਾਰਡ। ਜੇ ਮੈਂ ਜਪਾਂਗਾ ਤੇ ਅੱਗੇ ਮੈਨੂੰ ਉਹਦੀ ਕੋਰਟ ਵਿੱਚ ਜਗ੍ਹਾ ਮਿਲ ਜਾਵੇਗੀ। ਉਹ ਗੁਰੂ ਕਿੱਡੀ ਕੁ ਵੱਡੀ ਹਸਤੀ ਹੈ। ਅਗਲੀਆਂ ਪੰਕਤੀਆਂ ਵਿੱਚ ਗੁਰੂ ਅਰਜਨ ਸਾਹਿਬ ਫਰਮਾਉਂਦੇ ਨੇ, ਪਾਰ ਬ੍ਰਹਮ ਪੂਰਨ ਗੁਰਦੇਵ, ਮੇਰਾ ਗੁਰੂ ਰੱਬ ਵਰਗਾ ਨਹੀਂ ਹੈ, ਉਹ ਹੈ ਹੀ ਰੱਬ, ਉਹ ਖੁਦਾ ਦਾ ਸਰੂਪ ਹੈ। ਪਾਰ ਬ੍ਰਹਮ ਕਹਿੰਦੇ ਨੇ ਜੋ ਜਗਤ ਤੋਂ ਪਰੇ ਨਿਰਗੁਣ ਸਰੂਪ ਹੈ, ਪੁੰਨਾ ਪਾਪਾਂ ਤੋਂ ਪਾਰ ਹੈ, ਜਿਹਦੀ ਬੁਲੰਦ ਹਸਤੀ ਅਚਰਜ ਹੈ ਪੂਰਨ, ਹਰ ਜਗ੍ਹਾ ਵਿੱਚ ਮੌਜੂਦ ਹੈ, ਸੁਭਾਏਮਾਨ ਹੈ, ਹਰ ਜ਼ਰੇ ਵਿੱਚ, ਹਰ ਦੇਸ਼ ਵਿੱਚ, ਹਰ ਭੇਸ ਵਿੱਚ ਉਹ ਵਿਆਪਕ ਹੈ। ਪੂਰਨ ਪੂਰ ਰਹੇ ਕਿਰਪਾ ਨਿਧ, ਹਰ ਜਗ੍ਹਾ ਪੂਰਾ ਹੈ ਉਹ। ਅਸੀਂ ਹਰ ਜਗ੍ਹਾ ਪੂਰੇ ਨਹੀਂ। ਜੇ ਘਰਾਂ ਤੇ ਘਰ ਹੀ ਆ, ਜੇ ਜੋਬ ਤੇ ਆ ਤੇ ਜੋਬ ਤੇ ਹੀ ਆ। ਇਹ ਨਹੀਂ ਵੀ ਜੋਬ ਤੇ ਬੈਠੇ ਇੱਕ ਸਰੂਪ ਸਾਡਾ ਘਰ ਬੈਠਾ ਹੋਵੇ, ਪਰ ਪਰਮਾਤਮਾ ਹਰ ਜ਼ਰੇ ਵਿੱਚ ਹੈ। ਉਹੀ ਪਰਮੇਸ਼ਵਰ ਗੁਰਦੇਵ ਹੈ, ਸਾਡਾ ਗੁਰੂ ਰਾਮਦਾਸ ਹੈ, ਗੁਰੂ ਨਾਨਕ ਸਾਹਿਬ ਹੈ, ਸਾਡਾ ਇਸ਼ਟ ਦੇਵ ਹੈ, ਸਾਡੇ ਸਿਰ ਦਾ ਸਾਈਂ ਹੈ, ਦੇਵਤਿਆਂ ਚੋਂ ਮਹਾਨ ਦੇਵ ਹੈ ਉਹ, ਪ੍ਰਕਾਸ਼ਵਾਨ ਹੈ ਉਹ, ਪਾਰ ਬ੍ਰਹਮ ਪਰਮੇਸ਼ਰ ਅਨੂਪ, ਸਫਲ ਮੂਰਤ ਗੁਰ ਤਿਸਕਾ ਰੂਪ। ਗੁਰੂ ਗ੍ਰੰਥ ਸਾਹਿਬ ਵੀ ਇਹ ਵਾਰ-ਵਾਰ ਕਹਿੰਦੇ ਨੇ ਵੀ ਗੁਰੂ ਪਰਮੇਸ਼ਵਰ ਦਾ ਸਰੂਪ ਹੈ। ਗੁਰੂ ਇਜ਼ ਦਾ ਇਮੇਜ ਆਫ ਫੁਲਫਿਲਮੈਂਟ, ਹੀ ਇਜ਼ ਦਾ ਐਮਬੋਡੀਮੈਂਟ ਆਫ ਲਾਈਟ। ਉਹ ਖੁਦਾ ਦਾ ਸਰੂਪ ਹੈ। ਸੋ ਕਦੇ ਵੀ ਸ਼ੰਕਾ ਨਹੀਂ ਕਰਨਾ ਵੀ ਗੁਰੂ ਆਮ ਇਨਸਾਨ ਹੈ, ਸਾਡੇ ਵਰਗਾ ਨਹੀਂ। ਅਸੀਂ ਉਹਦੇ ਚਰਨਾਂ ਵਿੱਚ ਕੀੜੇ ਹਾਂ, ਕੀਟ ਨਾਲੋਂ ਵੱਧ ਕੇ ਔਕਾਤ ਨਹੀਂ ਸਾਡੀ ਉਹਦੇ ਚਰਨਾਂ 'ਚ। ਉਹ ਦਾਤਾਰ ਹੈ, ਉਹ ਮਾਲਕ ਹੈ, ਖਸਮ ਹੈ। ਕੀ ਕਰਨਾ ਹੈ ਫਿਰ ਗੁਰੂ ਪਰਮੇਸ਼ਰ ਦੇ ਦਰ ਤੇ? ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਕਰ ਕਿਰਪਾ ਲਾਗੋ ਤੇਰੀ ਸੇਵਾ। ਕਿਰਪਾ ਕਰ ਗੁਰੂ, ਦਇਆ ਕਰ ਸਾਡੇ ਉੱਤੇ, ਮਿਹਰ ਕਰ, ਤਰਸ ਕਰ, ਤੇਰੀ ਸੇਵਾ ਕਰੀਏ। ਸੇਵਾ ਦੇ ਦੋ ਪੱਖ ਨੇ, ਇੱਕ ਹੈ ਉਪਾਸ਼ਨਾ, ਬੰਦਗੀ, ਇਬਾਦਤ, ਤੇ ਇੱਕ ਹੈ ਗੁਰੂ ਦੇ ਦਰ ਉੱਤੇ ਮੁਸ਼ੱਕਤ ਘਾਲਣੀ, ਮੁੱਠੀ ਚਾਪੀ ਗੁਰੂ ਦੀ ਕਰਨੀ, ਭਾਂਡੇ ਮਾਂਜਣੇ, ਚੌਰ ਸਾਹਿਬ ਦੀ ਸੇਵਾ ਕਰਨੀ, ਝਾੜੂ ਦੇਣਾ। ਸੋ ਇਹ ਸਭ ਸੇਵਾਵਾਂ ਹੀ ਨੇ। ਮਹਾਰਾਜ ਪਾਤਸ਼ਾਹ ਚਾਹੇ ਪ੍ਰਤੱਖ ਤੇਰੇ ਚਰਨਾਂ ਦੀ ਸੇਵਾ ਹੈ, ਕੋਈ ਵੀ ਘਾਲਣਾ ਹੈ ਅਸੀਂ ਘਾਲਾਂਗੇ, ਭਾਂਡੇ ਮਾਂਜਾਂਗੇ, ਚੌਰ ਕਰਾਂਗੇ, ਝਾੜੂ ਬਰਦਾਰ ਤੇਰੇ ਬਣਾਂਗੇ। ਤੇ ਦੂਸਰਾ ਪੱਖ ਹੈ, ਜੇ ਸਰੀਰ ਸਾਡਾ ਕਰਮ ਨਹੀਂ ਕਰਦਾ ਤੇ ਅਸੀਂ ਤੇਰਾ ਨਾਮ ਜਪਾਂਗੇ, ਉਪਾਸ਼ਨਾ ਕਰਾਂਗੇ। ਦੋਵੇਂ ਪੱਖ ਹੀ ਸੇਵਾ ਦਾ ਹਿੱਸਾ ਨੇ। ਕਰਨੀ ਕਿਸ ਦੀ ਹੈ? ਗੁਰੂ ਪੂਰੇ ਦੀ। ਬਾਣੀ ਦਾ ਫੁਰਮਾਨ ਹੈ, ਬਿਨ ਗੁਰ ਪਰਮੇਸ਼ਰ ਕੋਈ ਨਾਹੀਂ,
ਗੁਰ ਕੀ ਸੇਵਾ ਮੁਕਤ ਪਰਾਇਣ ਅੰਦਨ ਕੀਰਤਨ ਕੀਨਾ ਹੈ। ਗੁਰੂ ਦੀ ਸੇਵਾ, ਪਰਮੇਸ਼ਵਰ ਦੀ ਸੇਵਾ ਕਰਨ ਵਾਲਾ, ਉਹਦੀ ਕੀਰਤੀ ਗਾਉਣ ਵਾਲਾ, ਮੁੱਠੀ ਚਾਪੀ ਕਰਨ ਵਾਲਾ ਮੁਕਤੀ ਹਾਸਲ ਕਰਦਾ ਏ। ਉਹ ਮੁਕਤ ਹੋ ਜਾਂਦਾ ਹੈ ਰੋਗਾਂ ਸੋਗਾਂ ਤੋਂ, ਦੁੱਖਾਂ ਤੋਂ। ਅੱਗੇ ਮਹਾਰਾਜ ਵਿਸ਼ਰਾਮ ਦੇ ਕੇ ਫਰਮਾਉਂਦੇ ਨੇ, ਰਹਾਓ ਚਰਨ ਕਮਲ ਹਿਰਦੈ ਉਰ ਧਾਰੀ। ਚਰਨ ਤੋਂ ਭਾਵ ਵਿਚਰਨਾ, ਤੇ ਵਿਚਰਨ ਵਿੱਚ ਕੌਣ ਸਹਾਇਤਾ ਕਰਦੇ ਨੇ? ਉਹਨੇ ਪੈਰ। ਮਹਾਰਾਜ ਦੇ ਸਾਖਸ਼ਾਤ ਜੋ ਪਾਦ ਨੇ, ਪੈਰ ਨੇ, ਉਹ ਜਿਹੜੇ ਬਾਪੂ ਦੇ ਪੈਰ ਨੇ ਨਾ, ਜਿਹੜੇ ਚਰਨ ਨੇ ਮਹਾਰਾਜ ਦੇ, ਕਹਿੰਦੇ ਕਮਲ ਵਰਗੇ ਸੁੰਦਰ ਨੇ। ਭਾਰਤ ਦੇ ਤਕਰੀਬਨ ਹੀ ਹਰ ਕਵੀ ਨੇ ਜਦੋਂ ਕਿਸੇ ਨੂੰ ਸੁੰਦਰ ਦਰਸਾਉਣਾ ਹੋਵੇ, ਉਹ ਕਹਿ ਦਿੰਦਾ ਕਮਲ ਵਰਗਾ ਹੈ। ਖੈਰ, ਕਮਲ ਨੂੰ ਵੀ ਸੁੰਦਰ ਨੇ ਪਾਤਸ਼ਾਹ ਦੇ ਚਰਨ। ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਜਿਹੜਾ ਹਿਰਦਾ ਹੈ ਨਾ, ਅੰਤਸ਼ਕਰਣ, ਜੋ ਇਹ ਮਨ ਹੈ, ਦਿਲ ਹੈ, ਇਹਦੇ ਵਿੱਚ ਸਦਾ ਹੀ ਗੁਰੂ ਰਾਮਦਾਸ, ਗੁਰੂ ਨਾਨਕ ਦੇ ਚਰਨਾਂ ਨੂੰ ਧਾਰ ਕੇ ਰੱਖੋ, ਭਾਵ ਉਹਨੂੰ ਯਾਦ ਰੱਖੋ। ਉਰ ਦਾ ਮਤਲਬ ਵੀ ਸੀਨਾ ਹੈ, ਛਾਤੀ ਹੈ, ਉਰ ਵਿੱਚ ਧਾਰ ਕੇ ਰੱਖੋ। ਉਰ ਦਾ ਮਤਲਬ ਵਿੱਚ ਵੀ ਹੈ। ਮੈਂ ਉਸ ਪੂਰੇ ਗੁਰੂ ਦੇ ਚਰਨਾਂ ਨੂੰ, ਉਹਦੀ ਯਾਦ ਨੂੰ ਹਿਰਦੇ ਵਿੱਚ ਧਾਰ ਕੇ ਰੱਖਦਾ ਹਾਂ। ਜਿਵੇਂ ਬਾਣੀ ਚਾਹੁੰਦਾ ਨਾ, ਸਤਿਗੁਰ ਸੇਵਾ ਹੈ ਤਾਂ ਉੱਭਰ ਹੈ, ਸੱਚ ਰੱਖੈ ਉਰ ਧਾਰ, ਕਿਰਪਾ ਤੇ ਹਰ ਪਾਈਐ। ਸੱਚ ਸ਼ਬਦ ਵਿਚਾਰ, ਜਿਹੜਾ ਗੁਰੂ ਨੂੰ ਯਾਦ ਕਰਦਾ ਹੈ, ਸੇਵਦਾ ਹੈ, ਉਹਦੇ ਅੰਦਰ ਸੱਚ ਟਿਕਦਾ ਹੈ। ਜਿਹਦੇ ਅੰਦਰ ਸੱਚਾ ਗੁਰੂ ਪਰਮਾਤਮਾ, ਉਹਦੀ ਯਾਦ ਟਿਕ ਜਾਂਦੀ ਹੈ, ਉਹ ਮੁਕਤ ਹੋ ਜਾਂਦਾ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਮਨ ਤਨ ਧਨ ਗੁਰ ਪ੍ਰਾਨ ਆਧਾਰੀ। ਉਹਦੇ ਚਰਨ ਸਾਡੇ ਹਿਰਦੇ ਵਿੱਚ ਐਸੇ ਵਸੇ, ਹੁਣ ਰੰਚਕ ਮਾਤਰ ਸਮੇਂ ਲਈ ਵੀ ਉਹਨੂੰ ਦੂਰ ਕਰੀਏ, ਉਹਦੀ ਯਾਦ ਨੂੰ ਭੁਲਾਈਏ, ਤੇ ਇਉਂ ਲੱਗਦਾ ਜਿਵੇਂ ਮੌਤ ਆਉਂਦੀ ਹੈ। ਸੋ ਸਾਡਾ ਜਿਹੜਾ ਮਨ ਹੈ, ਇਹ ਜਿਹੜਾ ਸਰੀਰ ਤਨ ਹੈ, ਤੇ ਜਿਹੜਾ ਧਨ ਹੈ, ਹੁਣ ਉਹਦੇ ਹੀ ਆਸਰੇ ਹੈ। ਅਸੀਂ ਉਹਦੇ ਹੀ ਆਸਰੇ ਹਾਂ। ਮੇਰੀ ਜਿੰਦ ਜਾਨ ਦਾ ਆਸਰਾ ਗੁਰੂ ਪਰਮੇਸ਼ਰ ਹੈ। ਮੈਂ ਉਸ ਨੂੰ ਆਪਣੇ ਜੀਵਨ ਦਾ ਆਧਾਰ ਬਣਾ ਲਿਆ ਹੈ। ਪ੍ਰਾਣਾਂ ਦਾ ਦਾਤਾ ਉਹ ਹੈ, ਸਵਾਸ ਉਹਦੇ ਬਖਸ਼ੇ ਨੇ, ਜਿਹਦੇ ਨਾਲ ਸਰੀਰ ਚੱਲਦਾ। ਫਿਰ ਸਰੀਰ ਉਹਦੇ ਹੀ ਆਸਰੇ ਹੋਇਆ ਨਾ। ਹੱਡਾਂ ਨੂੰ ਤਾਕਤ ਉਹਨੇ ਦਿੱਤੀ, ਸਵਾਸ ਉਹਦੇ ਦਿੱਤੇ ਸਨ। ਹੱਡ ਕਰਮ ਕਰਦੇ ਨੇ, ਤੇ ਹੱਡ ਕੰਮ ਕਰਦੇ ਨੇ, ਤੇ ਕਮਾਈ ਕਰਦਾ, ਧਨ ਕਮਾਉਣਾ, ਫਿਰ ਧਨ ਵੀ ਉਹਦੇ ਆਸਰੇ ਹੈ। ਇਹ ਤਨ ਵੀ ਉਹਦੇ ਆਸਰੇ ਹੈ। ਜੇ ਮਨ ਵਿੱਚ ਉਹ ਵਸਦਾ ਹੈ, ਤੇ ਮਨ ਡਿਪਰੈਸ਼ਨ ਤੋਂ, ਚਿੰਤਾਵਾਂ ਤੋਂ ਰਹਿਤ ਹੈ। ਮਨ ਹਰਿਆ ਭਰਿਆ ਹੈ, ਤੇ ਤੂੰ ਹਰਿਆ ਭਰਿਆ, ਕਿਉਂਕਿ ਚਿੰਤਾ ਚਿਖਾ ਸਮਾਨ ਹੁੰਦੀ ਹੈ। ਸੋ ਮਨ ਵੀ ਉਹਦੇ ਆਸਰੇ ਹੈ। ਜਿਹੜੇ ਮਨ ਵਿੱਚ ਉਹ ਨਹੀਂ ਵਸਦਾ, ਉੱਥੇ ਡਿਪਰੈਸ਼ਨ, ਚਿੰਤਾਵਾਂ ਬਹਿ ਜਾਂਦੀਆਂ ਨੇ। ਜਿੱਥੇ ਚਿੰਤਾਵਾਂ ਨੇ, ਉੱਥੇ ਮਨ ਐਸੀ ਮਾਰ ਮਾਰਦਾ ਹੈ, ਤਨ ਵੀ ਮਿੱਟੀ ਹੋ ਜਾਂਦਾ ਹੈ। ਡਿਪਰੈਸਡ ਹੋ ਕੇ ਹੀ ਬੰਦੇ ਨੂੰ ਅਟੈਕ ਹੋ ਜਾਂਦਾ ਹੈ। ਸੋ ਸਾਡਾ ਮਨ ਤਨ ਧਨ ਉਹਦੇ ਆਸਰੇ ਹੈ, ਉਹਦੇ ਅਸੀਂ ਆਧਾਰ ਤੇ ਹਾਂ, ਅਸੀਂ ਉਹਦਾ ਆਸਰਾ ਰੱਖਣ ਵਾਲੇ ਹਾਂ। ਬਾਣੀ ਕਹਿੰਦੀ ਹੈ, ਆਸਥਿਰ ਰਹੋ ਡੋਲਹੁ ਮਤ ਕਬਹੂ, ਗੁਰ ਕੈ ਬਚਨ ਆਧਾਰ। ਕਹਿੰਦੇ ਗੁਰੂ ਦੇ ਬਚਨਾਂ ਦਾ ਆਸਰਾ ਰੱਖੋ, ਫਿਰ ਡੋਲੋਗੇ ਨਹੀਂ। ਫਿਰ ਡੋਲਣਾ ਮੁੱਕ ਜਾਵੇਗਾ, ਭੜਕਣਾ ਮੁੱਕ ਜਾਵੇਗੀ, ਮਨ ਸਥਿਰ ਹੋਵੇਗਾ, ਟਿਕ ਜਾਵੇਗਾ। ਜੈ ਜੈਕਾਰ ਸਗਲ ਭੂ ਮੰਡਲ, ਮੁਖ ਊਜਲ ਦਰਬਾਰ। ਫਿਰ ਦੁਨੀਆ 'ਚ ਜੈ ਜੈਕਾਰ ਹੋਵੇਗੀ। ਜਿਹਨੇ ਮਨ ਜਿੱਤ ਲਿਆ, ਉਹਨੇ ਦੁਨੀਆ ਜਿੱਤੀ। ਉਹ ਸੰਤ ਹੋ ਗਿਆ, ਉਹ ਸ਼ਾਂਤ ਹੋ ਗਿਆ, ਉਹਨੇ ਇੰਦਰੇ ਵਸ ਵਿੱਚ ਕਰ ਲਏ, ਮਨ ਵਸ ਵਿੱਚ ਕਰ ਲਿਆ। ਤੇ ਸੰਤਾਂ ਦਾ ਮੁਖ ਉਜਲ ਹੀ ਹੁੰਦਾ ਹੈ, ਭਾਵ ਉਹਨਾਂ ਦੀ ਜੈ ਜੈਕਾਰ ਹੁੰਦੀ ਹੈ ਦੁਨੀਆ ਤੇ। ਭੂ ਮੰਡਲ ਵਿੱਚ ਜੈ ਜੈਕਾਰ ਹੁੰਦੀ ਹੈ। ਸੋ ਕਹਿੰਦੇ ਸਾਡੇ ਪ੍ਰਾਣਾਂ ਦਾ ਆਸਰਾ ਗੁਰੂ ਹੈ। ਗੁਰੂ ਸਾਡੀਆਂ ਝੋਲੀਆਂ ਭਰਨ ਵਾਲਾ ਹੈ। ਅੱਗੇ ਮਹਾਰਾਜ ਕਹਿੰਦੇ ਨੇ, ਸਫਲ ਜਨਮ ਹੋਵੈ ਪਰਵਾਣ। ਕਹਿੰਦੇ ਜਿਹੜੇ ਗੁਰੂ ਦੇ ਆਸਰੇ ਤੇ ਰਹਿੰਦੇ ਨੇ, ਜਿਹੜੇ ਗੁਰੂ ਦੀ ਇਬਾਦਤ ਕਰਦੇ ਨੇ, ਗੁਰੂ ਨੂੰ ਯਾਦ ਰੱਖਦੇ ਨੇ, ਪਰਮੇਸ਼ਵਰ ਦੀ ਯਾਦ ਹਿਰਦੇ ਵਿੱਚ ਟਿਕਾ ਕੇ ਰੱਖਦੇ ਨੇ, ਉਹਨਾਂ ਦਾ ਜੀਵਨ ਸਫਲਾ ਹੈ। ਸਾ ਫਲ, ਸਹਿਤ ਫਲ ਦੇ।
ਭਾਵ ਉਹਨਾਂ ਨੂੰ ਹਰ ਫਲ ਮਿਲ ਜਾਂਦਾ ਹੈ। ਮੁਕਤੀ ਚਾਹੁੰਦੇ ਨੇ, ਮਿਲੇਗੀ। ਰੋਗਾਂ ਸੋਗਾਂ ਤੋਂ ਨਿਜਾਤ ਚਾਹੁੰਦੇ ਨੇ, ਇਹ ਫਲ ਵੀ ਮਿਲੇਗਾ। ਮੁਬਾਰਕ ਹੈ ਉਹਨਾਂ ਦਾ ਜੀਵਨ, ਸਫਲਾ ਹੈ ਉਹਨਾਂ ਦਾ ਜੀਵਨ, ਨਤੀਜੇ ਸਹਿਤ ਸਾਰਥਕ ਹੈ ਉਹਨਾਂ ਦਾ ਜੀਵਨ। ਜਿਹੜੇ ਗੁਰੂ ਨੂੰ ਮਨ ਤਨ ਧਨ ਦਾ ਆਸਰਾ ਸਮਝਦੇ ਨੇ, ਉਹਦੇ ਗੀਤ ਗਾਉਂਦੇ ਨੇ, ਉਹਨਾਂ ਦੀ ਉਤਪਤੀ, ਉਹਨਾਂ ਦੀ ਪੈਦਾਇਸ਼, ਉਹਨਾਂ ਦਾ ਮੁੱਢ ਦਾ ਜੀਵਨ, ਇਹ ਸਾਰਾ ਮਨੁੱਖਾ ਜਾਮਾ ਪ੍ਰਵਾਨ ਹੈ, ਮਨਜ਼ੂਰ ਹੈ ਖੁਦਾ ਦੇ ਦਰ 'ਤੇ, ਪ੍ਰਮਾਣੀਕ ਹੈ ਉਹਦੇ ਦਰ ਦੇ ਉੱਤੇ ਵੀ ਤੂੰ ਆਪਣਾ ਜੀਵਨ ਭਾਈ ਸਫਲਾ ਕੀਤਾ। ਤੂੰ ਉਹਦੇ ਗੀਤ ਗਾਏ, ਗੁਰੂ ਦੇ ਗੀਤ ਗਾ ਕੇ ਤੂੰ ਪਰਮੇਸ਼ਵਰ ਕਹਿੰਦਾ ਮੇਰੀ ਪ੍ਰਾਪਤੀ ਕੀਤੀ, ਤੂੰ ਮੁਕਤ ਹੋ ਗਿਆ ਹੈ। ਨਿਰੰਕਾਰ ਨਾਲ ਜੁੜ ਕੇ ਹੀ ਨਿਰੰਕਾਰ ਕੋਲ ਪਹੁੰਚਾਂਗੇ, ਮੁਕਤ ਹੋਵਾਂਗੇ। ਜੇ ਸੰਸਾਰ ਨਾਲ ਹੀ ਜੁੜੇ ਰਹੇ ਤੇ ਸੰਸਾਰ ਜੋਗੇ ਹੀ ਰਹਿ ਜਾਵਾਂਗੇ। 84 ਲੱਖ ਜੂਨਾਂ ਤੇ ਦੁਨੀਆ ਵਿੱਚ ਹੀ ਆ ਜਾਵਾਂਗੇ। ਕਈ ਜਨਮ ਭਏ ਕੀਟ ਪਤੰਗਾ, 184 ਜੋਨ ਭਰਮਾਇਆ, ਫਿਰ ਸੰਸਾਰੀ ਹੀ ਰਵਾਂਗੇ। ਬਾਣੀ ਕਹਿੰਦੀ ਹੈ ਜਨਮ ਸਫਲ ਹਰ ਚਰਣੀ ਲਾਗੇ, ਦੂਜਾ ਭਾਉ ਚੁਕਾਇਆ। ਉਹ ਜਨਮ ਸਫਲਾ ਏ ਜਿਹੜਾ ਗੁਰੂ ਦੇ ਚਰਨੀ ਲੱਗ ਜਾਵੇ, ਜਿਹੜਾ ਦਵੈਸ਼ ਤੋਂ ਰਹਿਤ ਹੈ, ਦੂਜੇ ਦੇ ਚਰਨਾਂ ਨਾਲ ਨਾ ਲੱਗੇ, ਗੁਰੂ ਦੇ ਚਰਨੀ ਲੱਗੇ, ਉਹਦਾ ਜੀਵਨ ਸਫਲਾ ਹੈ। ਮਹਾਰਾਜ ਕਹਿੰਦੇ ਗੁਰ ਪਾਰ ਬ੍ਰਹਮ ਨਿਕਟ ਕਰ ਜਾਣ। ਗੁਰੂ ਨੂੰ, ਪਰਮੇਸ਼ਵਰ ਨੂੰ ਸਦਾ ਆਪਣੇ ਨਜ਼ਦੀਕ ਸਮਝੋ, ਆਪਣੇ ਨਿਕਟ ਸਮਝੋ, ਪਾਸ ਸਮਝੋ। ਉਹਦਾ ਕਾਰਨ ਕੀ ਹੈ? ਇਹ ਕਿਉਂ ਕਿਹਾ ਗਿਆ ਹੈ? ਜਿਹਨੂੰ ਰੱਬ ਚੇਤੇ ਹੈ, ਗੁਰੂ ਚੇਤੇ ਹੈ ਨਾ, ਜਿਹੜਾ ਗੁਰੂ ਨੂੰ ਅੰਗ ਸੰਗ ਵਸਦਾ ਸਮਝਦਾ ਹੈ, ਉਹ ਕਦੇ ਵੀ ਹੱਥਾਂ ਨਾਲ ਗਲਤ ਕਰਮ ਨਹੀਂ ਕਰਦਾ, ਸੋਚਦਾ ਹੈ ਗੁਰੂ ਨਾਲ ਹੈ, ਕਦਮ ਗਲਤ ਪਾਸੇ ਨਹੀਂ ਉਠਾਵੇਗਾ, ਜਾਣਦਾ ਹੈ ਗੁਰੂ ਦੀ ਨਜ਼ਰ ਵਿੱਚ ਹੈ। ਪਰਮਾਤਮਾ ਨੂੰ ਚੇਤੇ ਰੱਖਣ ਵਾਲਾ ਕਦੇ ਵੀ ਠੱਗੀ ਨਹੀਂ ਮਾਰਦਾ, ਧੋਖਾ ਨਹੀਂ ਕਰਦਾ, ਕਿਸੇ ਦਾ ਬੁਰਾ ਨਹੀਂ ਚਿਤਵਦਾ, ਮੁਰਦਾਰ ਨਹੀਂ ਖਾਂਦਾ, ਹਰ ਇੱਕ ਦੇ ਵਿੱਚ ਖੁਦਾ ਨੂੰ ਮੌਜੂਦ ਸਮਝਦਾ ਹੈ, ਹਾਜ਼ਰ ਨਾਜ਼ਰ ਸਮਝਦਾ ਹੈ। ਜਿਵੇਂ ਬਾਣੀ ਚ ਆਉਂਦਾ ਨਾ, ਹਰ ਕੈ ਨਿਕਟ ਨਿਕਟ, ਹਰ ਨਿਕਟ ਹੀ ਬਸਤੇ, ਤੇ ਹਰ ਕੇ ਜਨ ਸਾਧੂ ਹਰ ਭਗਾਤ। ਕਹਿੰਦੇ ਅਸਲ ਭਗਤੀ ਉਹ ਹੈ ਜਿਹੜਾ ਹਰੀ ਨੂੰ ਨਿਕਟ ਸਮਝਦਾ ਹੈ। ਕਹਿ ਰਵਿਦਾਸ ਹਾਥ ਪੈ ਨੇਰਾ, ਜਿਹੜਾ ਪਰਮੇਸ਼ਰ ਨੂੰ ਨਾਲ ਸਮਝਦਾ ਹੈ। ਕਹਿੰਦੇ ਤੇ ਹਰ ਕੇ ਜਨ ਹਰ ਸਿਉ ਰਲ ਮਿਲੇ, ਜੈਸੇ ਜਨ ਨਾਨਕ ਸਲਲੈ ਸਲਲ ਮਿਲਾਤ। ਜਿਹੜਾ ਪਰਮਾਤਮਾ ਨੂੰ ਨੇੜੇ ਸਮਝੇਗਾ ਉਹੀ ਪਰਮਾਤਮਾ ਵਿੱਚ ਮਿਲੇਗਾ। ਨਦੀ ਵਿੱਚ ਉਹੀ ਚੁੱਭੀ ਲਾ ਸਕਦਾ ਜਿਹੜਾ ਨਜ਼ਦੀਕ ਹੈ। ਉਹ ਇਉਂ ਪਰਮਾਤਮਾ ਵਿੱਚ ਮਿਲ ਗਿਆ ਜਿਵੇਂ ਜਲ ਵਿੱਚ ਜਲ ਮਿਲ ਜਾਂਦਾ ਹੈ, ਪਰਮਾਤਮਾ ਨਾਲ ਇਕਮਿਕ ਹੋ ਗਿਆ। ਉਹ ਕੌਣ ਨੇ ਜਿਹੜੇ ਇਕਮਿਕ ਹੋਏ ਨੇ? ਮਹਾਰਾਜ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਸੰਤ ਧੂਰ ਪਾਈਏ ਵਡ ਭਾਗੀ। ਉਹ ਹੈ ਸੰਤ ਜਿਨ੍ਹਾਂ ਦੀ ਸੰਗਤ, ਜਿਨ੍ਹਾਂ ਦੀ ਧੂੜੀ ਵੱਡਿਆਂ ਭਾਗਾਂ ਨਾਲ ਹਾਸਲ ਹੁੰਦੀ ਹੈ। ਸੰਤ ਦਾ ਮਤਲਬ ਹੈ ਸ਼ਾਂਤ, ਸੰਸਕ੍ਰਿਤ ਦਾ ਲਫ਼ਜ਼ ਹੈ। ਕੀ ਸ਼ਾਂਤ ਹੈ? ਜਿਸ ਦਾ ਇੰਦਰੇ ਸ਼ਾਂਤ, ਮਨ ਸ਼ਾਂਤ, ਅੱਖਾਂ ਸ਼ਾਂਤ, ਕੰਨ ਨੱਕ, ਇਹ ਸਰੀਰ ਜਿਸ ਦਾ ਸ਼ਾਂਤ ਹੈ, ਕਾਬੂ ਵਿੱਚ ਹੈ, ਉਹਨੂੰ ਸੰਤ ਕਿਹਾ ਜਾਂਦਾ ਹੈ। ਤੇ ਕਾਬੂ ਕਿੱਦਾਂ ਹੁੰਦਾ ਹੈ? ਜਿਨ੍ਹਾਂ ਸਾਸ ਗਿਰਾਸ ਨਾ ਵਿਸਰੈ, ਹਰ ਨਾਮਾ ਮਨ ਮੰਤ, ਧਨ ਸੇ ਸਈ ਨਾਨਕਾ ਪੂਰਨ ਸੋਈ ਸੰਤ। ਜਿਹੜੇ ਸਵਾਸਾਂ ਨਾਲ ਬਾਣੀ ਪੜ੍ਹਦੇ ਨੇ, ਨਾਮ ਦਾ ਕੁੰਡਾ ਹੀ ਮਨ ਰੂਪੀ ਹਾਥੀ ਨੂੰ ਕਾਬੂ ਕਰ ਸਕਦਾ ਹੈ, ਜੇ ਕੁੰਡਾ ਨਹੀਂ ਤੇ ਮਨ ਅਵਾਰਾ ਹੈ। ਸੋ ਕਹਿੰਦੇ ਉਹ ਜਿਹੜੇ ਸੰਤ ਨੇ ਨਾ, ਉਹਨਾਂ ਦੇ ਚਰਨਾਂ ਦੀ ਜਿਹੜੀ ਧੂੜ ਹੈ, ਇੱਥੇ ਲਫ਼ਜ਼ ਵਰਤਿਆ ਹੈ ਧੂਰ। ਇੱਕ ਲਫ਼ਜ਼ ਹੈ ਸੰਸਕ੍ਰਿਤ ਦਾ ਧੂਲ ਲੱਲੇ ਨਾਲ, ਤੇ ਇੱਥੇ ਹਿੰਦੀ ਵਿੱਚ ਕਹਿ ਦਿੰਦੇ ਨੇ ਧੂਰ, ਪੰਜਾਬੀ 'ਚ ਕਹਿ ਦਿੰਦੇ ਨੇ ਧੂੜ। ਜੋ ਚਰਨਾਂ ਦੀ ਧੂੜੀ ਹੈ, ਵੱਡਿਆਂ ਭਾਗਾਂ ਵਾਲਿਆਂ ਨੂੰ ਹੀ ਨਸੀਬ ਹੁੰਦੀ ਹੈ। ਬਾਣੀ ਚਾਹੁੰਦਾ ਧੂਰ ਸੰਤਨ ਕੀ ਮਸਤਕ ਲਾਏ, ਜਨਮ ਜਨਮ ਕੀ ਦੁਰਮਤ ਮਲ ਜਾਏ। ਜਿਨ੍ਹਾਂ ਨੇ ਉਹਨਾਂ ਦੀ ਧੂੜੀ ਮਸਤਕ ਨੂੰ ਲਾ ਲਈ। ਅਪਲਾਈ ਦਾ ਡਸਟ ਆਫ ਦਾ ਫੀਟ ਆਫ ਦਾ ਸੇਂਟਸ ਟੂ ਯੂਰ ਫੋਰਹੈਡ। ਕਹਿੰਦੇ ਮੱਥੇ ਤੇ ਲਾ ਧੂੜੀ, ਜਨਮਾਂ ਜਨਮੰਤਰਾਂ ਦੇ ਪਾਪ ਮਿਟ ਜਾਣਗੇ। ਅਖੀਰਲੀ ਪੰਕਤੀ ਵਿੱਚ ਬਾਪੂ ਗੁਰੂ ਅਰਜਨ ਸਾਹਿਬ ਕਹਿੰਦੇ ਨੇ, ਨਾਨਕ ਗੁਰ ਭੇਟਤ ਹਰ ਸਿਉ ਲਿਵ ਲਾਗੀ। ਜਿਹੜਾ ਸੰਤਾਂ ਦੇ ਦੀਦਾਰੇ ਕਰ ਗਿਆ, ਸੰਗਤ ਆ ਗਿਆ, ਸੰਤ ਦੀ ਸੰਗਤ ਵਿੱਚ ਬੈਠ ਕੇ ਗੁਰੂ ਪਾਉਣ ਦੀ ਜਾਚ ਆ ਗਈ। ਸੰਤ ਕਾ ਮਾਰਗ ਧਰਮ ਕੀ ਪੌੜੀ ਕੋ ਵਡ ਭਾਗੀ ਪਾਏ।
ਗੁਰੂ ਨਾਨਕ ਸਾਹਿਬ ਨੂੰ ਰਿਝਾਉਣ ਦੀ ਜਾਚ ਆ ਗਈ ਤੇ ਜਦੋਂ ਸੰਤਾਂ ਦੀ ਸੰਗਤ ਵਿੱਚ ਬਹਿ ਕੇ ਬਾਣੀ ਪੜ੍ਹੀ ਨਾ, ਬਾਣੀ ਚ ਆਉਂਦਾ ਨਾ, ਮਹਾਰਾਜ ਕਹਿੰਦੇ ਨੇ ਸੰਤ ਸਭਾ ਗੁਰ ਪਾਈਐ ਮੁਕਤ ਪਦਾਰਥ ਧੇਣ। ਸੰਤਾਂ ਦੀ ਸਭਾ 'ਚ ਹੀ ਗੁਰੂ ਮਿਲਦਾ ਹੈ ਤੇ ਗੁਰੂ ਹੀ ਮੁਕਤੀ ਦਾਤਾ ਹੈ। ਗੁਰੂ ਪਰਮੇਸ਼ਰ ਸੰਤ ਦੀ ਸੰਗਤ ਵਿੱਚ ਮਿਲਦੇ ਨੇ। ਤੇ ਮੈਂ ਇਹ ਗੱਲ ਜ਼ਰੂਰ ਕਹਿਣਾ ਹੁੰਨਾ, ਉਸ ਸੰਤ ਦੀ ਸੰਗਤ ਕਰੋ ਜਿਹੜਾ ਗੁਰੂ ਗ੍ਰੰਥ ਸਾਹਿਬ ਨਾਲ ਜੋੜਦਾ ਹੈ। ਜੋ ਆਪਣੇ ਆਪ ਨੂੰ ਗੁਰੂ ਅਖਵਾਉਂਦਾ ਹੈ ਉਹਦੇ ਤੋਂ ਦੂਰੀ ਬਣਾ ਲਓ। ਸਾਡਾ ਗੁਰੂ ਕੌਣ ਹੈ? ਪੋਥੀ ਪਰਮੇਸ਼ਰ ਕਾ ਥਾਨ, ਵਾਹੋ ਵਾਹੋ ਬਾਣੀ ਨਿਰੰਕਾਰ ਹੈ ਤਿਸ ਜੇ ਵੱਡੇ ਅਵਰ ਨਾ ਕੋਏ। ਸਾਡਾ ਗੁਰੂ ਕੌਣ ਹੈ? ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸੰਤਾਂ ਦੀ ਸੰਗਤ ਵਿੱਚ ਜਾ ਕੇ ਗੁਰੂ ਦੀ ਪ੍ਰਾਪਤੀ ਹੋਈ। ਗੁਰੂ ਦੀ ਜਦੋਂ ਪ੍ਰਾਪਤੀ ਹੋਈ, ਹਰ ਸਿਉਂ ਲਿਵ ਲਾਗੀ, ਪਰਮੇਸ਼ਵਰ ਵਿੱਚ ਲਿਵ ਲੱਗ ਗਈ। ਫਿਰ ਪਰਮੇਸ਼ਵਰ ਦੀ ਪ੍ਰਾਪਤੀ ਹੋਈ, ਰੋਗਾਂ ਸੋਗਾਂ ਤੋਂ ਫਿਰ ਮੁਕਤੀ ਮਿਲ ਗਈ, ਪਰਮ ਪਦਵੀ ਹਾਸਲ ਹੋ ਗਈ। ਇੱਥੇ ਦਾਸ ਵਿਚਾਰ ਨੂੰ ਸੰਕੋਚਦਾ ਹੈ। ਭੁੱਲ ਚੁੱਕ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।